ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ ਕੁਝ ਖਬਰਾਂ ਜਿਹੜੀਆਂ ਸਾਡੇ ਕੋਲ ਆ ਰਹੀਆਂ, ਇੱਕ ਨਵੀਂ ਗੱਲਬਾਤ ਸਾਹਮਣੇ ਆਉਂਦੀ ਹੈ ਯਾਰਡ ਸ਼ੇਅਰਿੰਗ। ਯਾਰਡ ਸ਼ੇਅਰਿੰਗ ਕੀ ਹੈ ਕੈਨੇਡਾ ਦੇ ਵਿੱਚ, ਇੱਕ ਨਵਾਂ ਕਨਸੈਪਟ ਕੀ ਆ ਕਿ ਤੁਹਾਡਾ ਯਾਰਡ ਕਿਸੇ ਹੋਰ ਦੇ ਯਾਰਡ ਦੇ ਨਾਲ ਤੁਸੀਂ ਕਿੱਦਾਂ ਸ਼ੇਅਰ ਕਰਦੇ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਵੈਨਕੂਵਰ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਅਸੀਂ ਲਗਾਤਾਰ ਗੱਲਾਂ ਬਾਤਾਂ ਕਰਦੇ ਹਾਂ ਤੇ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਉੱਥੇ ਸਟਰੀਟ ਦੇ ਉੱਤੇ ਤੁਰਨਾ ਵੀ ਖਤਰੇ ਤੋਂ ਖਾਲੀ ਨਹੀਂ। ਕੀ ਗੱਲਬਾਤ ਆ ਇਹ ਸਾਂਝੀ ਕਰਾਂਗੇ। ਕੋਵਿਡ ਦੀ ਇੱਕ ਦਵਾਈ ਬਣੀ ਸੀ, ਉਹ ਦਵਾਈ ਲੋਕਾਂ ਤੱਕ ਪਹੁੰਚ ਨਹੀਂ ਰਹੀ। ਇੱਕ ਤਾਂ ਵੈਕਸੀਨ ਆ, ਇੱਕ ਦਵਾਈ ਆ ਕਿ ਜਿਹਨੂੰ ਕੋਵਿਡ ਹੋ ਗਿਆ ਉਹਨੂੰ ਕਿਹੜੀ ਦਵਾਈ ਦਿੱਤੀ ਜਾਣੀ, ਉਹਦੇ ਲਈ ਨਵੇਂ ਪ੍ਰਬੰਧ ਕੀਤੇ ਗਏ, ਉਹ ਗੱਲਬਾਤ ਸਾਂਝੀ ਕਰਾਂਗੇ। ਤੇ BC ਦੇ ਵਿੱਚ ਸ਼ਰਾਬ ਬਣਾਉਣ ਵਾਲੇ ਜਿਹੜੇ ਇਹ ਡਿਸਟਿਲਰੀਜ਼ ਨੇ ਬਹੁਤ ਸਾਰੀਆਂ ਸੈਨੀਟਾਈਜ਼ਰ ਬਣਾਉਂਦੀਆਂ ਸੀ, ਇਹ ਬਣਾਉਣੀਆਂ ਹੁਣ ਬੰਦ ਕਰ ਦੇਣਗੀਆਂ। ਮਾਮਲਾ ਕੀ ਆ, 5 ਸਾਲ ਤੋਂ ਛੋਟੇ ਬੱਚਿਆਂ ਦੇ ਵੈਕਸੀਨ ਵੀ ਲੱਗਣੀ ਸ਼ੁਰੂ ਹੋ ਜਾਣੀ ਆ, ਉਹਦੇ ਬਾਰੇ ਜਿਹੜੀ ਆਥੋਰਾਈਜੇਸ਼ਨ ਮੰਗੀ ਜਾ ਰਹੀ ਆ, ਇਹ ਗੱਲਬਾਤ ਕੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਅਲਬਰਟਾ ਦੇ ਵਿੱਚ ਕੈਲਗਰੀ ਦੇ ਵਿੱਚ 911 ਜਦੋਂ ਕੋਈ ਕਾਲ ਕਰਦਾ ਤਾਂ ਵੇਟ ਟਾਈਮ ਬਹੁਤ ਲੰਬਾ ਆ, ਉਹਦਾ ਇੱਕ ਹੱਲ ਉਹਨਾਂ ਨੇ ਕੀਤਾ ਆ। ਉਹ ਕੀ ਆ ਉਹਦੇ ਬਾਰੇ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਇੱਕ ਮਸਜਿਦ ਦੇ ਬਾਹਰ ਸਰੀ ਦੇ ਇੱਕ ਘਟਨਾ ਵਾਪਰੀ ਆ, ਕਿਸੇ ਨੇ ਪਾਣੀ ਦੀਆਂ ਬੋਤਲਾਂ ਕੁਛ ਰਾਹ ਜਾਂਦੇ ਲੋਕਾਂ ਦੇ ਉੱਪਰ ਸੁੱਟੀਆਂ, ਬਹੁਤ ਸਾਰੀ ਗੱਲਬਾਤ ਇਹ ਫੈਲੀ ਆ। ਕੀ ਗੱਲਬਾਤ ਆ ਇਹ ਵੀ ਅੱਜ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਆਖਰ ਦੇ ਵਿੱਚ ਮਾਮਲਾ ਸਾਂਝਾ ਕਰਾਂਗੇ। ਯਾਰਡ ਸ਼ੇਅਰਿੰਗ। ਯਾਰਡ ਸ਼ੇਅਰਿੰਗ ਦਾ ਮਤਲਬ ਕੀ ਆ, ਕੈਨੇਡਾ ਦੇ ਵਿੱਚ ਇੱਕ ਨਵਾਂ ਕਨਸੈਪਟ ਸਾਹਮਣੇ ਆ ਰਿਹਾ। ਬਹੁਤ ਸਾਰੇ ਲੋਕਾਂ ਦੇ ਕੋਲ ਘਰ ਨਹੀਂ ਮਿਲ ਰਿਹਾ, ਘਰਾਂ ਦੀਆਂ ਕੀਮਤਾਂ ਜ਼ਿਆਦੇ ਆ, ਸਿੰਗਲ ਫੈਮਿਲੀ ਡਿਟੈਚਡ ਹੋਮ ਦੇ ਵਿੱਚ ਲੋਕ ਨਹੀਂ ਜਾ ਸਕਦੇ, ਕਈ ਲੋਕ ਟਾਊਨ ਹਾਊਸਾਂ 'ਚ ਰਹਿੰਦੇ ਆ, ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਆ, ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਰਹਿੰਦੇ ਆ ਪਰ ਉਹਨਾਂ ਨੂੰ ਪ੍ਰੂਨਿੰਗ ਕਰਨੀ, ਲੈਂਡਸਕੇਪਿੰਗ ਕਰਨੀ ਜਾਂ ਯਾਰਡ ਦੇ ਵਿੱਚ ਕੋਈ ਫੁੱਲ ਸਬਜ਼ੀਆਂ ਲਾਉਣੇ ਚੰਗਾ ਨਹੀਂ ਲੱਗਦਾ। ਤੇ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਫੁੱਲ ਸਬਜ਼ੀਆਂ ਲਾਉਣੇ ਚਾਹੁੰਦੇ ਪਰ ਉਹਨਾਂ ਕੋਲ ਥਾਂ ਹੈ ਨਹੀਂ। ਇਹ ਨਵਾਂ ਕਨਸੈਪਟ ਕੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰ ਲਓ। ਤੁਹਾਡਾ ਥਾਂ ਵਿਹਲਾ ਪਿਆ ਤੇ ਕਿਸੇ ਹੋਰ ਦਾ ਸ਼ੌਕ ਆ, ਉਹ ਤੁਹਾਡੇ ਯਾਰਡ ਦੇ ਵਿੱਚ ਆ ਕੇ ਫੁੱਲ ਲਾ ਜੂਗਾ, ਸਬਜ਼ੀਆਂ ਲਾ ਜੂਗਾ, ਕੋਈ ਹੋਰ ਜੋ ਕੁਛ ਵੀ ਲਾਇਆ ਜਾ ਸਕਦਾ, ਵੈਜੀਟੇਬਲਸ ਵਗੈਰਾ ਲਾ ਕੇ ਉਹਨੂੰ ਇੱਕ ਸਾਂਝ ਪਾਉਂਦਾ ਆ ਜਿਹਦੇ ਨਾਲ ਦੋਵਾਂ ਨੂੰ ਫਾਇਦਾ ਹੁੰਦਾ ਆ। ਸੋ ਇਸ ਪ੍ਰੋਗਰਾਮ ਦੇ ਤਹਿਤ ਜਿਹੜੀ ਗਾਰਡਨ ਸ਼ੇਅਰਿੰਗ ਆ ਉਹ ਪੂਰੇ ਕੈਨੇਡਾ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਹੋ ਰਹੀ ਆ ਤੇ ਵੱਡਾ ਫਾਇਦਾ ਇਹਦਾ ਵਾਤਾਵਰਨ ਨੂੰ ਵੀ ਹੋ ਰਿਹਾ। ਜਿਹੜੇ ਇੰਡੀਵਿਜੂਅਲ ਗਾਰਡਨਰਸ ਨੇ ਜਾਂ ਲੈਂਡ ਓਨਰਸ ਨੇ ਉਹ ਇਹਦੇ ਲਈ ਤਿਆਰ ਨੇ। ਤੇ ਜਿਵੇਂ ਐਡਮਿੰਟਨ ਯਾਰਡ ਸ਼ੇਅਰ ਆ, ਇਸੇ ਤਰ੍ਹਾਂ ਹੈਲੀਫੈਕਸ ਗਾਰਡਨ ਨੈਟਵਰਕ ਆ, ਇਸੇ ਤਰ੍ਹਾਂ ਸਿਟੀ ਸਟਰੀਟ ਫਾਰਮਸ ਹੈਗੇ ਰਜਾਈਨਾ ਦੇ ਵਿੱਚ, ਬੈਕਯਾਰਡ ਹਾਰਵੈਸਟ ਹੈਗਾ ਹੈਮਿਲਟਨ ਦੇ ਵਿੱਚ, ਸਿਟੀ ਬੀਟ ਫਾਰਮ ਹੈਗਾ ਵੈਨਕੂਵਰ ਦੇ ਵਿੱਚ, ਜਿੱਥੇ ਕਿ ਬੈਕਯਾਰਡ ਵਰਤੇ ਜਾ ਰਿਹਾ ਗਲੋ ਕਰਨ ਦੇ ਲਈ ਸਬਜ਼ੀਆਂ ਤੇ ਹੋਰ ਚੀਜ਼ਾਂ। ਬਹੁਤ ਸਾਰੇ ਲੋਕ ਆ ਜਿਹੜੇ ਇਹਨਾਂ ਰਿਸੋਰਸਿਸ ਨੂੰ ਯੂਜ਼ ਕਰਦੇ ਆ ਜਾਂ ਦੱਸਦੇ ਆ ਕਿ ਇਹਨੂੰ ਗਾਈਡ ਕਰਦੇ ਆ ਕਿ ਇਹਦੇ ਵਿੱਚ ਕਿੱਦਾਂ ਕਰਨਾ ਆ। ਜਿਹੜਾ ਆਈਡੀਆ ਆ ਅਸਲ ਦੇ ਵਿੱਚ ਗਾਰਡਨਿੰਗ ਸਪੇਸਿਸ ਦੀ ਸ਼ਾਰਟੇਜ ਆ ਅਰਬਨ ਏਰੀਆਜ਼ ਦੇ ਵਿੱਚ। ਲੋਕ ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਆ, ਕਮਿਊਨਿਟੀ ਗਾਰਡਨ ਦੇ ਲਈ ਉਹਨਾਂ ਕੋਲੇ ਲੌਂਗ ਵੇਟਸ ਹੈਗੀਆਂ ਪਰ ਉਹ ਕਰਨਾ ਚਾਹੁੰਦੇ ਆ। ਇਹਦੇ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਆ ਗਾਰਡਨਿੰਗ ਦੇ ਨਾਲ। ਤੇ ਹੁਣ ਇਹਦਾ ਹੈਗਾ ਕਿ ਤੁਸੀਂ ਆਪਣਾ ਗਾਰਡਨ ਕਿਸੇ ਦੇ ਨਾਲ ਸ਼ੇਅਰ ਕਰ ਲਓ ਤੇ ਉਹਦੇ ਤੋਂ ਬਾਅਦ ਹਿਸਾਬ ਕਿਤਾਬ ਰੱਖ ਲਓ ਵੀ ਜੇ ਇਹਦੇ ਵਿੱਚ ਸਬਜ਼ੀਆਂ ਤੁਸੀਂ ਬੀਜਣੀਆਂ, ਇਹਦੇ ਵਿੱਚੋਂ ਸਾਨੂੰ ਦੇਣੀ ਹੈ ਕਿ ਨਹੀਂ, ਜਾਂ ਇਹ ਸਬਜ਼ੀ ਡੋਨੇਟ ਕਿੱਥੇ ਕਰਨੀ ਹੈ, ਕਿੱਦਣ ਤੁਸੀਂ ਇੱਥੇ ਆਇਆ ਕਰਨਾ। ਉਹ ਲੋਕ ਆਪਣੇ ਈਮੇਲ ਦੇ ਰਾਹੀਂ, ਫੋਨ ਦੇ ਰਾਹੀਂ ਘਰ ਦੇ ਮਾਲਕਾਂ ਦੇ ਨਾਲ ਰਾਬਤਾ ਕਰ ਲੈਂਦੇ ਆ ਕਿ ਤੁਹਾਡੀ ਥਾਂ ਆ ਪਰ ਇੱਥੇ ਆ ਕੇ ਸਬਜ਼ੀਆਂ ਅਸੀਂ ਬੀਜਾਂਗੇ, ਆਨੰਦ ਅਸੀਂ ਲਵਾਂਗੇ। ਇਹਦੇ ਮਤਲਬ ਬਹੁਤ ਸਾਰੇ ਲੋਕ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਆ ਤੇ ਆਪਣੇ ਯਾਰਡ ਉਹਨਾਂ ਨੇ ਉੱਦਾਂ ਹੀ ਛੱਡੇ ਆ, ਉਹਨਾਂ ਦੇ ਵਿੱਚ ਵੀ ਇਹ ਪ੍ਰੇਰਨਾ ਪੈਦਾ ਹੋ ਰਹੀ ਆ ਕਿ ਬਾਹਰੋਂ ਆ ਕੇ ਲੋਕ ਸਾਡੇ ਯਾਰਡ ਦੇ ਵਿੱਚ ਸਬਜ਼ੀਆਂ ਬੀਜਣ ਲਈ ਤਿਆਰ ਆ ਜਾਂ ਉੱਥੇ ਫੁੱਲ ਲਾਉਣ ਦੇ ਲਈ ਤਿਆਰ ਆ, ਪਰ ਅਸੀਂ ਕਿਉਂ ਨਹੀਂ ਲਾ ਸਕਦੇ। ਹੁਣ ਇਹ ਸਾਰੇ ਕੁਛ ਦੇ ਵਿੱਚ ਜਿਹੜਾ ਵਾਤਾਵਰਨ ਦਾ ਫਾਇਦਾ ਵੀ ਹੋ ਰਿਹਾ। ਟੋਰਾਂਟੋ ਅਰਬਨ ਗਰੋਅਰਸ ਨੇ ਜਿਹੜੇ ਗਾਰਡਨ ਸ਼ੇਅਰ ਟੂਲ ਕਿਟ ਆ, ਉਦਾਹਰਨ ਵਜੋਂ ਜਿਹਦਾ ਦੱਸਿਆ ਜਾ ਰਿਹਾ ਕਿ ਉਹ ਦੱਸਦੀ ਆ ਕਿ ਕਿਸ ਤਰ੍ਹਾਂ ਤੁਸੀਂ ਰਾਈਟਿੰਗ ਦੇ ਵਿੱਚ ਐਗਰੀਮੈਂਟ ਡਿਸਕਸ ਹੁੰਦੇ ਆ ਲੈਂਡ ਹੋਲਡਰ ਦੇ ਨਾਲ ਤੇ ਗਾਰਡਨਰ ਦੇ ਨਾਲ ਕਿ ਕਿੱਦਾਂ ਉਹਨਾਂ ਨੇ ਫੋਨ 'ਤੇ ਕਮਿਊਨੀਕੇਟ ਕਰਨਾ, ਈਮੇਲ ਕਰਨੀ ਆ ਜਾਂ ਕਿਹੜੇ ਦੂਜੇ ਦੇ ਨਾਲ ਉਹਨਾਂ ਨੇ ਗੱਲ ਕਰਨੀ ਆ। ਉਹਦੇ ਜਿਹੜੇ ਵਿੱਚ ਜੀਵ ਜੰਤੂ ਪੈਸਟ ਆ ਉਹਨਾਂ ਨੂੰ ਕਿੱਦਾਂ ਕੰਟਰੋਲ ਕਰਨਾ, ਉਹਦੇ ਵਿੱਚੋਂ ਜਿਹੜਾ ਨਦੀਨ ਕਿਹਨੇ ਪੱਟਣਾ ਆ, ਕਦੋਂ ਉਹਨੂੰ ਹਾਰਵੈਸਟ ਕਰਨਾ ਆ। ਟੋਰਾਂਟੋ ਅਰਬਨ ਗਰੋਅਰ ਇਹ ਗੱਲਬਾਤ ਕਹਿ ਰਹੇ ਆ ਕਿ ਜਿਹੜੇ ਲੈਂਡ ਹੋਲਡਰਸ ਨੇ ਉਹਨਾਂ ਨੂੰ ਇੱਕ ਪੋਰਸ਼ਨ ਇਹਦਾ ਹਾਰਵੈਸਟ ਦਾ ਮਿਲਦਾ ਆ, ਦਿੱਤਾ ਜਾਂਦਾ ਆ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਕਿ ਉਹਨਾਂ ਨੇ ਇਹ ਜਿਹੜੀ ਸਪੇਸ ਸ਼ੇਅਰ ਕੀਤੀ ਆ। ਤੇ ਜੇ ਜਿਹੜੀ ਕੋਸਟ ਤੇ ਵਰਕ ਹੈਗਾ ਉਹ ਵੀ ਕਿਤੇ ਨਾ ਕਿਤੇ ਸ਼ੇਅਰ ਕਰ ਲਿਆ ਜਾਂਦਾ। ਬਹੁਤ ਸਾਰੇ ਥਾਵਾਂ 'ਤੇ ਫਲ ਉਗਾਏ ਜਾਂਦੇ ਆ, ਸਬਜ਼ੀਆਂ ਉਗਾਈਆਂ ਜਾਂਦੀਆਂ, ਫੁੱਲ ਉਗਾਏ ਜਾਂਦੇ ਆ, ਜਿਹਦਾ ਸਿਰਫ ਤੇ ਸਿਰਫ ਉੱਥੇ ਕੰਮ ਕਰਨ ਵਾਲਿਆਂ ਨੂੰ ਤੇ ਦੂਜਿਆਂ ਨੂੰ ਫਾਇਦਾ ਨਹੀਂ ਹੁੰਦਾ, ਸਗੋਂ ਜਿਹੜੇ ਉੱਥੇ ਬੀਜ਼ ਨੇ, ਮੱਖੀਆਂ ਨੇ, ਬਰਡਸ ਨੇ, ਵਾਈਲਡ ਲਾਈਫ ਆ, ਉਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੁੰਦਾ। ਔਰ ਇਹ ਵੀ ਆ ਕਿ ਜਿਹੜੇ ਪਲਾਂਟਸ ਨੇ, ਜਿੱਥੇ ਕਿਤੇ ਜ਼ਿਆਦਾ ਪਲਾਂਟਸ ਲੱਗੇ ਆ, ਉਹ ਜਿੰਨੀ ਜ਼ਿਆਦਾ ਉੱਥੇ ਰੇਨ ਵਾਟਰ ਆ, ਐਕਸੈਸ ਦਾ ਰੇਨ ਵਾਟਰ ਆ, ਉਹਨੂੰ ਵੀ ਅਬਜ਼ੋਰਬ ਕਰਨ ਦੇ ਵਿੱਚ ਸਹਾਇਤਾ ਕਰਦੇ ਆ। ਅਤੇ ਜਿਹੜਾ ਫਲੱਡਿੰਗ ਆ
ਹੜ੍ਹ ਆਉਣ ਦੇ ਖਤਰੇ ਆ ਉਹ ਵੀ ਕਿਤੇ ਨਾ ਕਿਤੇ ਉੱਥੋਂ ਹਟ ਜਾਂਦੇ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਥਾਂ ਨੇ ਜਿੱਥੇ ਇਹ ਚੀਜ਼ ਚੱਲ ਰਹੀ ਆ। ਤੇ ਦੂਜੀ ਗੱਲ ਇਹ ਆ ਕਿ ਜਿਹੜੀ ਤੁਹਾਡੀ ਅੰਡਰ ਯੂਜ਼ਡ ਸਪੇਸਿਸ ਨੇ ਉਹਨਾਂ ਦੀ ਵਰਤੋਂ ਹੋ ਰਹੀ ਹੈ। ਇਹਦੇ ਵਿੱਚ ਚੰਗੀ ਗੱਲ ਇਹ ਆ ਥਾਂ ਜਿਹੜੇ ਸਿਟੀ ਦੇ ਬੈਸਟ ਫਾਰਮਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਇਹ ਸਾਰਾ ਕੁਝ ਹੁਣ ਇੱਕ ਬਹੁਤ ਵਧੀਆ ਨਤੀਜੇ ਦੱਸੇ ਜਾ ਰਹੇ ਆ, ਪੂਰੇ ਕੈਨੇਡਾ ਦੇ ਵਿੱਚ ਸਾਹਮਣੇ ਆ ਰਹੇ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਨਸੈਪਟ ਬਹੁਤ ਜ਼ਿਆਦਾ ਪਪੂਲਰ ਹੋਣ ਦੀ ਆਸ ਆ। ਤੇ ਜਿਹਦੇ ਨਾਲ ਵਾਤਾਵਰਣ ਦੇ ਪ੍ਰਤੀ ਜਿੰਨੀ ਜਾਗਰੂਕਤਾ ਆ, ਲੋਕਾਂ ਦੇ ਵਿੱਚ ਜਿੰਨੀ ਅਵੇਅਰਨੈਸ ਇਹ ਆ ਰਹੀ ਆ ਕਿ ਸਾਨੂੰ ਕੁਦਰਤ ਦੇ ਨੇੜੇ ਰਹਿਣਾ ਚਾਹੀਦਾ, ਫੁੱਲਾਂ ਸਬਜ਼ੀਆਂ ਫਲਾਂ ਦੇ ਨੇੜੇ ਰਹਿਣਾ ਚਾਹੀਦਾ, ਉਹ ਜਦੋਂ ਉੱਥੇ ਆ ਕੇ ਤੁਹਾਡੇ ਘਰਾਂ ਦੇ ਵਿੱਚ ਕੰਮ ਕਰਦੇ ਆ ਤਾਂ ਫਿਰ ਘਰ ਵਾਲਿਆਂ ਨੂੰ ਵੀ ਹੁੰਦਾ ਕਿ ਅਸੀਂ ਵੀ ਇਹਦੇ ਵਿੱਚ ਕੰਮ ਕਰੀਏ। ਤੇ ਜਿੰਨੀ ਸਪੇਸ ਜਿਹੜੀ ਬਹੁਤੀ ਪਈ ਆ ਉਹਦੀ ਵਰਤੋਂ ਵੀ ਸਹੀ ਹੁੰਦੀ ਆ, ਵਾਤਾਵਰਣ ਨੂੰ ਵੀ ਫਾਇਦਾ ਆ, ਜਿਹੜਾ ਉੱਥੇ ਕੰਮ ਕਰ ਰਿਹਾ ਉਹਨੂੰ ਵੀ ਫਾਇਦਾ ਆ, ਤੇ ਜਿਹੜੇ ਘਰ ਵਾਲੇ ਆ ਉਹਨਾਂ ਦਾ ਆਲਾ ਦੁਆਲਾ ਸੋਹਣਾ ਹੁੰਦਾ, ਉਹਨਾਂ ਨੂੰ ਵੀ ਇਹਦਾ ਫਾਇਦਾ ਦੱਸਿਆ ਜਾ ਰਿਹਾ। ਡਾਊਨਟਾਊਨ ਈਸਟ ਸਾਈਡ ਵੈਨਕੂਵਰ ਦੇ ਵਿੱਚ ਲੰਬਾ ਸਮਾਂ ਚਰਚਾ ਦੇ ਵਿੱਚ ਰਹੀ ਆ, ਤੇ ਹੁਣ ਇੱਕ ਅੰਕੜੇ ਉੱਥੋਂ ਇਹ ਸਾਹਮਣੇ ਆਏ ਆ ਕਿ ਜੇ ਤੁਸੀਂ ਉੱਥੇ ਸਟਰੀਟ ਦੇ ਉੱਤੇ ਜਾ ਰਹੇ ਆ ਤਾਂ ਬਹੁਤ ਸਾਰੇ ਚਾਂਸਸ ਆ ਕਿ ਤੁਹਾਡੇ ਵਿੱਚ ਕੁਛ ਨਾ ਕੁਛ ਵੱਜ ਸਕਦਾ। ਬਹੁਤ ਸਾਰੇ ਲੋਕਾਂ ਦੇ ਐਕਸੀਡੈਂਟ ਦੇ ਵਿੱਚ ਕਿਸੇ ਦੀ ਲੱਤ ਟੁੱਟ ਗਈ, ਕਿਸੇ ਨੂੰ ਕੁਛ ਹੋ ਗਿਆ, ਔਰ ਇਹ ਐਕਸੀਡੈਂਟ ਉਸ ਇਲਾਕੇ ਦੇ ਵਿੱਚ ਹੀ ਜ਼ਿਆਦਾ ਹੋ ਰਿਹਾ। ਇਹਦੇ ਪਿੱਛੇ ਕਾਰਨ ਕੀ ਆ? ਜਿਹੜਾ ਉਧਰਲੇ ਪਾਸੇ ਕਈ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਇਹਦੇ ਵਿੱਚ। ਵੈਨਕੂਵਰ ਦਾ ਨੇਬਰਹੁੱਡ ਆ ਜਿੱਥੇ ਬਹੁਤ ਇੱਕ ਡੇਂਜਰਸ ਇੰਟਰਸੈਕਸ਼ਨ ਹੈਗੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਸਾਰੀਆਂ ਇੰਟਰਸੈਕਸ਼ਨਸ ਨੇ, ਜਿਵੇਂ ਕਿੰਗ ਜਾਰਜ ਤੇ 88 ਵਾਲੀ ਸਰੀ ਦੇ ਵਿੱਚ ਇੰਟਰਸੈਕਸ਼ਨ, ਇਹਨੂੰ ਖਤਰਨਾਕ ਮੰਨਿਆ ਜਾਂਦਾ। ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ। ਇੱਦਾਂ ਜਦੋਂ ਪੂਰੇ ਰਾਜ ਦੇ ਵਿੱਚ, ਪੂਰੀ ਸਟੇਟ ਦੇ ਵਿੱਚ ਦੇਖਿਆ ਜਾਂਦਾ, ਪੂਰੇ ਪ੍ਰੋਵਿੰਸ ਦੇ ਵਿੱਚ ਦੇਖਿਆ ਜਾਂਦਾ ਕਿ ਕਿਹੜੀ ਇੰਟਰਸੈਕਸ਼ਨ ਸਭ ਤੋਂ ਜ਼ਿਆਦਾ ਖਤਰਨਾਕ ਆ। ਉਹਨਾਂ ਦੇ ਵਿੱਚੋਂ ਜਿਹੜੀ ਇੱਕ ਸਭ ਤੋਂ ਖਤਰਨਾਕ ਇੰਟਰਸੈਕਸ਼ਨ ਦੱਸੀ ਜਾਂਦੀ ਆ ਉਹ ਇੱਥੇ ਡਾਊਨਟਾਊਨ ਈਸਟ ਸਾਈਡ ਦੇ ਉੱਤੇ ਆ, ਜਿੱਥੇ ਸਭ ਤੋਂ ਜ਼ਿਆਦਾ ਤੁਰਨ ਵਾਲਿਆਂ ਦੇ ਵਿੱਚ, ਪੈਡੈਸਟਰੀਅਨ ਦੇ ਵਿੱਚ ਜਿਹੜੇ ਵਹੀਕਲ ਲੱਗਦੇ ਆ। ਇਹ ਲਿਸਟ ਦੇ ਵਿੱਚ ਜਿਹੜੀ ਈਸਟ ਹੇਸਟਿੰਗ ਤੇ ਮੇਨ ਸਟਰੀਟ ਦੀ ਇੰਟਰਸੈਕਸ਼ਨ ਆ, ਈਸਟ ਹੇਸਟਿੰਗ ਤੇ ਮੇਨ ਸਟਰੀਟ ਦੀ ਇੰਟਰਸੈਕਸ਼ਨ, ਇਹ 2016 ਤੋਂ ਲੈ ਕੇ 2022 ਤੱਕ 26 ਕੋਲੀਜਨਸ ਹੋਏ ਕਹਿੰਦੇ ਇੱਥੇ ਪੈਡੈਸਟਰੀਅਨਸ ਤੇ ਵਹੀਕਲ ਦੇ ਵਿੱਚ। ਤੇ ਇਹਦੇ ਵਿੱਚ ਇੰਪਰੂਵਮੈਂਟ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਆ। ਲੋਕ ਜਿਹੜੇ ਆ ਉਹ ਇਹਨੂੰ ਕਰਨਾ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਮਰਨ ਤੋਂ ਬਚਾਇਆ ਜਾ ਸਕੇ। ਡਾਊਨਟਾਊਨ ਈਸਟ ਸਾਈਡ ਇੱਕ ਬੜੀ ਇਤਿਹਾਸਿਕ ਤੇ ਵਾਈਬਰੈਂਟ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਨੇਬਰਹੁੱਡ ਰਹੀ ਆ, ਜਿੱਥੇ ਲਗਭਗ 20,000 ਦੇ ਕਰੀਬ ਲੋਕ ਅੱਜ ਵੀ ਰਹਿੰਦੇ ਆ। ਬਹੁਤ ਕਾਫੀ ਸੰਘਣੀ ਆਬਾਦੀ ਆ ਇੱਥੇ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿੱਦਾਂ ਆਪਾਂ ਪਹਿਲਾਂ ਵੀ ਸਾਂਝੀਆਂ ਕਰਦੇ ਹਾਂ ਇੱਥੇ ਦੀਆਂ, ਡਰੱਗ ਯੂਜ਼ ਦੀਆਂ ਸਮੱਸਿਆਵਾਂ ਨੇ, ਸੈਕਸ ਵਰਕਰ ਦੀਆਂ ਸਮੱਸਿਆਵਾਂ ਨੇ, ਤੇ ਦੂਜੀਆਂ ਨੇ। ਇਸੇ ਤਰ੍ਹਾਂ ਹੀ ਉੱਥੇ ਮੈਂਟਲ ਇਲਨੈਸ ਬਹੁਤ ਆ, ਐਡਿਕਸ਼ਨ ਬਹੁਤ ਆ। ਇਹ ਕਈ ਕਾਰਨ ਆ ਜਿਹੜੇ ਇਹਦੇ ਵਿੱਚ ਸਾਹਮਣੇ ਆਉਂਦੇ। ਜਿਹੜਾ ਵੈਨਕੂਵਰ ਏਰੀਆ ਨੈਟਵਰਕ ਆਫ ਡਰੱਗ ਯੂਜ਼ਰਸ ਆ ਉਹ ਦੱਸਦੇ ਆ ਕਿ ਜਿਹੜੀ ਸਾਈਡ ਵਾਕ ਆ ਉਹ ਹਮੇਸ਼ਾ ਬਿਜ਼ੀ ਰਹਿੰਦੀ ਆ ਇੱਥੇ ਦੀ, ਤੇ ਉੱਥੇ ਜਿਹੜੀਆਂ ਘਟਨਾਵਾਂ ਵਾਪਰਦੀਆਂ। ਦੂਜੀ ਗੱਲ, ਸਿਟੀ ਵੱਲੋਂ ਵੀ ਪੂਰਾ ਪ੍ਰਬੰਧ ਨਹੀਂ ਕੀਤਾ ਜਾਂਦਾ ਉੱਥੇ, ਕਿ ਨਾ ਤਾਂ ਉੱਥੇ ਸਾਈਡ ਵਾਕ ਦੇ ਉੱਤੇ ਕਿਤੇ ਪਾਸਿਆਂ ਦੇ ਉੱਤੇ ਸਟਰੀਟ ਦੇ ਬੈਂਚ ਪਏ ਆ ਜਿੱਥੇ ਬੈਠਿਆ ਜਾ ਸਕੇ, ਨਾ ਉੱਥੇ ਕੋਈ ਹੋਰ ਜਿਹੜਾ ਥਾਂ ਆ ਜਿੱਥੇ ਲੋਕ ਇਕੱਠੇ ਹੋ ਸਕਣ। ਸੋ ਜਿੱਥੇ ਕਿਤੇ ਵੀ ਉਹ ਸਾਈਡ ਦੇ ਉੱਤੇ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਆ ਤਾਂ ਅਲਟੀਮੇਟਲੀ ਇਹ ਸਟਰੀਟ ਦੇ ਉੱਤੇ ਆ ਜਾਂਦੇ ਆ, ਤੇ ਕੋਈ ਨਾ ਕੋਈ ਇੰਜਰੀ ਉਹਨਾਂ ਨੂੰ ਵਾਪਰ ਜਾਂਦੀ ਆ। ਪਬਲਿਕ ਸਪੇਸਿਸ ਉੱਥੇ ਹੈ ਨਹੀਂ ਕਿਤੇ ਵੀ। ਸੋ ਜਦੋਂ ਕਿਤੇ ਵੀ ਇਕੱਠੇ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਕੁਛ ਵਾਪਰ ਜਾਂਦਾ। ਇਹ ਐਕਸੀਡੈਂਟ ਵੈਨਕੂਵਰ ਇੱਥੇ ਡਾਊਨਟਾਊਨ ਈਸਟ ਸਾਈਡ ਦੇ ਉੱਤੇ ਕਿਉਂ ਜ਼ਿਆਦਾ ਹੁੰਦੇ ਆ, ਇਹਨਾਂ ਨੂੰ ਰੋਕਣ ਦੇ ਲਈ ਕਈ ਯਤਨ ਵੀ ਕੀਤੇ ਗਏ। ਸਪੀਡ ਲਿਮਿਟ 30 ਕੀਤੀ ਆ ਉੱਥੇ, ਜਿਹੜੀ 10 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਕਿ ਸਪੀਡ ਲਿਮਿਟ ਜਿਹੜੀ ਆ ਡਾਊਨਟਾਊਨ ਈਸਟ ਸਾਈਡ ਦੇ ਉੱਤੇ 30 ਕਿਲੋਮੀਟਰ ਪਰ ਆਵਰ ਕੀਤੀ ਹੈ। ਪਰ ਉੱਥੇ ਬਹੁਤ ਘੱਟ ਲੋਕ ਆ ਜਿਹੜੇ 30 ਦੇ ਉੱਤੇ ਗੱਡੀ ਚਲਾਉਂਦੇ ਆ, ਤੇ ਪੁਲਿਸ ਕਿੰਨੀ ਕੁ ਟਿਕਟਸ ਲੋਕਾਂ ਨੂੰ ਦੇਈ ਜਾਵੇ, ਕਿੰਨੇ ਕੁ ਨੂੰ ਉੱਥੇ ਲੋਕਾਂ ਨੂੰ ਰੋਕੀ ਜਾਵੇ। ਹੁਣ ਇਹ ਵੀ ਲੱਗਦਾ ਕਿ ਉੱਥੇ ਸਪੀਡ ਘੱਟ ਕਰਨ ਦੇ ਨਾਲ ਵੀ ਜਿਹੜੀ ਗੱਲ ਨਹੀਂ ਬਣ ਰਹੀ। ਜਿਹੜੇ ਉਹ ਵਹੀਕਲ ਆ ਕਿਤੇ ਨਾ ਕਿਤੇ ਹਿੱਟ ਕਰ ਵੀ ਰਹੇ ਆ। ਜਿਹੜੇ ਜੇ ਤੁਸੀਂ ਵਹੀਕਲ ਦੇ ਨਾਲ 30 ਕਿਲੋਮੀਟਰ ਤੋਂ ਘੱਟ ਸਪੀਡ ਚਲਾ ਰਹੇ ਹੋ ਤਾਂ ਕਿਸੇ ਨੂੰ ਹਿੱਟ ਕਰ ਦਿੰਦੇ ਆ ਤਾਂ 85% ਚਾਂਸ ਆ ਕਿ ਬੰਦੇ ਦਾ ਬਚਾਅ ਹੋ ਜਾਊਗਾ। ਪਰ ਕਿਉਂਕਿ ਇਹਨੂੰ ਵੀ ਚੰਗੀ ਤਰ੍ਹਾਂ ਫੋਲੋ ਨਹੀਂ ਕੀਤਾ ਜਾ ਰਿਹਾ, ਤੇ ਇਹ ਇੱਕ ਉੱਥੇ ਦਾ ਅਨਫੋਰਚੂਨੇਟ ਵੀ ਕਿਹਾ ਜਾ ਸਕਦਾ ਕਿ ਬਹੁਤ ਜ਼ਿਆਦਾ ਫਿਰ ਉੱਥੇ ਐਕਸੀਡੈਂਟ ਹੋ ਰਿਹਾ। ਦੂਜੀ ਗੱਲ, ਉੱਥੇ ਜੇ ਵਾਕਿੰਗ ਇੱਕ ਵੱਡੀ ਸਮੱਸਿਆ ਦੱਸੀ ਜਾ ਰਹੀ ਹੈ। ਵੈਨਕੂਵਰ ਪੁਲਿਸ ਡਿਪਾਰਟਮੈਂਟ ਕਹਿ ਰਿਹਾ ਕਿ ਅਸੀਂ ਇੱਥੇ ਕੁਛ ਨਹੀਂ ਕਰਦੇ, ਵੀ ਲੋਕ ਜੇ ਵਾਕਿੰਗ ਕਰਨੋਂ ਨਹੀਂ ਹਟਦੇ, ਸੜਕ ਦੇ ਵਿਚਕਾਰ ਤੁਰ ਕੇ ਰੋਡ ਕ੍ਰਾਸ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਜਿਹੜੀ ਰੋਡ ਸੇਫਟੀ ਆ ਇੱਕ ਸ਼ੇਅਰਡ ਰਿਸਪੌਂਸਿਬਿਲਟੀ ਆ ਸਾਰਿਆਂ ਦੀ, ਜਿਹਦੇ ਵਿੱਚ ਵਹੀਕਲ ਚਲਾਉਣ ਵਾਲਾ ਵੀ ਤੇ ਸੜਕ ਦੇ ਉੱਤੇ ਤੁਰਨ ਵਾਲਾ ਵੀ, ਸਾਰਿਆਂ ਨੂੰ ਖਿਆਲ ਰੱਖਣਾ ਪਊਗਾ। ਜਿਹੜੀ
ਉੱਥੇ ਸਕੂਲ ਜ਼ੋਨਸ ਵੀ ਕ੍ਰੀਏਟ ਕੀਤੀਆਂ ਗਈਆਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿ ਇੱਥੋਂ ਕੋਈ ਵੀ ਇੱਧਰਲੇ ਪਾਸਿਓਂ ਆ ਸਕਦਾ, ਪਰ ਗੱਲਬਾਤ ਜਿਹੜੀ ਉੱਥੇ ਰੁਕ ਨਹੀਂ ਰਹੀ ਅਤੇ ਬਹੁਤ ਜ਼ਿਆਦਾ ਅੰਕੜੇ ਸਾਹਮਣੇ ਆ ਰਹੇ ਆ ਕਿ ਉੱਥੇ ਲਗਾਤਾਰ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਰਿਹਾ, ਜਾਨ ਜਾ ਰਹੀ ਆ ਅਤੇ ਉਹਨਾਂ ਦਾ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦੇ ਯਤਨ ਕੀਤੇ ਜਾ ਰਹੇ ਆ। ਪਰ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਵੈਨਕੂਵਰ, ਅਤੇ ਵੈਨਕੂਵਰ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਇਲਾਕਾ ਡਾਊਨਟਾਊਨ ਈਸਟ ਸਾਈਡ, ਜਿੱਥੇ ਕਿ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋ ਰਹੇ। ਜਦੋਂ ਦਾ ਕੋਵਿਡ-19 ਆਇਆ, ਇਹਦੇ ਬਾਰੇ ਵੈਕਸੀਨ ਦੀ ਗੱਲਬਾਤ ਚੱਲਦੀ ਰਹੀ ਹੈ ਕਿ ਵੈਕਸੀਨ ਕਦੋਂ ਆਉਣੀ ਹੈ, ਫਿਰ ਵੈਕਸੀਨ ਆ ਗਈ, ਫਿਰ ਵੈਕਸੀਨ ਕਦੋਂ ਲੱਗਣੀ ਹੈ, ਫਿਰ ਵੈਕਸੀਨ ਲੱਗ ਗਈ, ਫਿਰ ਕਈ ਤਰ੍ਹਾਂ ਦੀਆਂ ਵੈਕਸੀਨ ਸਾਹਮਣੇ ਆ ਗਈਆਂ, ਫਿਰ 2 ਲੱਗ ਗਈਆਂ, ਫਿਰ ਬੂਸਟਰ ਲੱਗ ਗਏ, ਅਤੇ ਹੌਲੀ ਹੌਲੀ ਇਹ ਗੱਲਬਾਤ ਚੱਲਦੀ ਰਹੀ। ਇਹਦੇ ਨਾਲ ਹੀ ਇੱਕ ਗੱਲਬਾਤ ਜਿਹੜੀ ਇਹ ਕੀਤੀ ਗਈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹਦਾ ਇਲਾਜ ਲੱਭਿਆ ਜਾਵੇ, ਕਿ ਵੈਕਸੀਨ ਦਾ ਮਤਲਬ ਤਾਂ ਇਹ ਹੈਗਾ ਕਿ ਕਿਸੇ ਵਿਅਕਤੀ ਨੂੰ ਕੋਵਿਡ ਹੋ ਗਿਆ ਤਾਂ ਉਹਦੇ ਤੋਂ ਪਹਿਲਾਂ ਤੁਸੀਂ ਉਹਨੂੰ ਜੇ ਵੈਕਸੀਨ ਲਾ ਦਿਓ ਤਾਂ ਉਹਨੂੰ ਕੋਵਿਡ ਨਹੀਂ ਹੋਊਗਾ, ਜਾਂ ਜੇ ਕੋਵਿਡ ਹੋਊਗਾ ਤਾਂ ਉਹਦਾ ਕਾਫੀ ਬਚਾਅ ਹੋ ਜਾਊਗਾ। ਖੋਜ ਇਹ ਵੀ ਚੱਲ ਰਹੀ ਸੀ ਕਿ ਇਹਨੂੰ ਰੋਕਣ ਦੇ ਲਈ ਜੇ ਕਿਸੇ ਨੂੰ ਕੋਵਿਡ ਹੋ ਜਾਂਦਾ ਤਾਂ ਉਹਦਾ ਬਚਾਅ ਕਿੱਦਾਂ ਕੀਤਾ ਜਾਵੇ। ਉਹਦੇ ਲਈ ਕਈ ਦਵਾਈਆਂ ਸਾਹਮਣੇ ਆਈਆਂ ਸੀ ਪਿਛਲੇ ਸਮੇਂ ਦੇ ਵਿੱਚ, ਜਿਹੜੀਆਂ ਕਾਮਯਾਬ ਨਹੀਂ ਹੋਈਆਂ ਸੀ। ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਅਮਰੀਕਾ ਦੇ ਵਿੱਚ ਉਸ ਵੇਲੇ ਦੇ ਰਾਸ਼ਟਰਪਤੀ ਟਰੰਪ ਨੇ ਇੰਡੀਆ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲੀਅਨ ਦੀ ਡੋਜ਼ਸ ਜਿਹੜੀਆਂ ਉਹਨਾਂ ਦੀਆਂ ਆਰਡਰ ਵੀ ਕਰ ਦਿੱਤੀਆਂ ਸੀ, ਪਰ ਬਾਅਦ 'ਚ ਪਤਾ ਲੱਗਿਆ ਵੀ ਇਹਦਾ ਫਾਇਦਾ ਕੋਈ ਨਹੀਂ ਹੈ। ਇੱਕ ਪੈਕਸਲੋਵਿਡ ਜਿਹੜੀ ਇਹਦੀ ਦਵਾਈ ਸੀਗੀ ਕੋਵਿਡ ਦੀ ਟਰੀਟਮੈਂਟ ਦੇ ਲਈ, ਉਹ ਸਾਹਮਣੇ ਆਈ ਸੀ, ਅਤੇ ਹੁਣ ਉਹ ਦਵਾਈ ਅਲਬਰਟਾ ਦੇ ਵਿੱਚ ਵੀ ਮਿਲਦੀ ਸੀ, ਪਰ ਹਰੇਕ ਨੂੰ ਨਹੀਂ ਮਿਲ ਸਕਦੀ ਕਿਉਂਕਿ ਲਿਮਟਿਡ ਸਪਲਾਈ ਆ ਉਹਦੀ। ਕੋਵਿਡ ਤਾਂ ਬਹੁਤ ਸਾਰੇ ਲੋਕਾਂ ਨੂੰ ਹੋਇਆ, ਕਿਹਨੂੰ ਦਿੱਤੀ ਜਾਵੇ, ਉਹਦੇ ਲਈ ਇੱਕ ਬਹੁਤ ਲੰਬਾ ਪ੍ਰੋਸੈਸ ਸੀ ਵੀ ਪਹਿਲਾਂ ਟੈਸਟ ਕਰੋ, ਟੈਸਟ ਤੋਂ ਬਾਅਦ ਫਿਰ ਉਹਦੇ ਰਿਜ਼ਲਟ ਆਉਣਗੇ, ਫਿਰ ਉਹਦੇ ਲਈ ਅਪਲਾਈ ਕਰਨਾ ਪਊਗਾ, ਫਿਰ ਕਿਤੇ ਜਾ ਕੇ ਉਹਦਾ ਕੋਈ ਨਾ ਕੋਈ ਤੁਹਾਨੂੰ ਹਾਂ ਨਾ ਹੁੰਦੀ ਸੀ ਕਿ ਇਹ ਦਵਾਈ ਤੁਹਾਨੂੰ ਦਿੱਤੀ ਜਾਣੀ ਹੈ ਜਾਂ ਤੁਹਾਨੂੰ ਦਿੱਤੀ ਨਹੀਂ ਜਾਣੀ। 25,000 ਦੇ ਕਰੀਬ ਕਹਿੰਦੇ ਟਰੀਟਮੈਂਟ ਕੋਰਸਿਸ ਇਸ ਵੇਲੇ ਇਸ ਐਂਟੀਵਾਇਰਲ ਮੈਡੀਕੇਸ਼ਨ ਦੇ ਪ੍ਰੋਵਿੰਸ ਦੇ ਵਿੱਚ ਹੈਗੇ ਆ, ਜਿਹੜੇ ਹੁਣ ਜਲਦੀ ਲੋਕਾਂ ਤੱਕ ਅਵੇਲੇਬਲ ਹੋਣਗੇ। ਜਿਹੜੇ ਹਾਈ ਰਿਸਕ ਪੇਸ਼ੈਂਟ ਹੈਗੇ ਆ, ਹੁਣ ਤੱਕ ਅਲਬਰਟਾ ਦੇ ਵਿੱਚ ਸਿਰਫ 1300 ਪੇਸ਼ੈਂਟ ਨੂੰ ਇਹ ਦਵਾਈ ਦਿੱਤੀ ਜਾ ਸਕੀ ਹੈ। ਉਹਦੇ ਲਈ ਐਲੀਜੀਬਲ ਹੋਣਾ ਪਊਗਾ, ਅਤੇ ਐਲੀਜੀਬਲ ਹੋਣਾ ਬੜਾ ਇੱਕ ਕੰਪਲੀਕੇਟਡ ਅਤੇ ਸੈਂਟਰਲਾਈਜ਼ਡ ਸਿਸਟਮ ਹੈਗਾ ਆ ਕਿ ਤੁਹਾਨੂੰ ਪੈਕਸਲੋਵਿਡ ਜਿਹੜੀ ਇਹ ਦਵਾਈ ਦਿੱਤੀ ਜਾਣੀ ਹੈ। ਹੁਣ ਕੀਤਾ ਕੀ ਜਾ ਰਿਹਾ ਕਿ ਕੱਲ੍ਹ ਜਿਹੜਾ ਬੀਤਾ ਕੱਲ੍ਹ ਲੰਘ ਕੇ ਗਿਆ, ਉਸ ਵੇਲੇ ਹੈਲਥ ਮਿਨਿਸਟਰ ਜੇਸਨ ਕੋਪਿੰਗ ਨੇ ਇਹ ਕਨਫਰਮ ਕੀਤਾ ਸੀ ਕਿ ਇਹ ਜਿਹੜੀ ਡਰੱਗ ਅਵੇਲੇਬਿਲਿਟੀ ਆ, ਹੁਣ ਅਸੀਂ ਕਮਿਊਨਿਟੀ ਬੇਸਡ ਫਿਜ਼ੀਸ਼ੀਅਨਸ ਦੇ ਥਰੂ ਅਵੇਲੇਬਲ ਕਰਵਾ ਰਹੇ ਹਾਂ, ਕਿ ਜਿਹੜੇ ਤੁਹਾਡੇ ਫੈਮਿਲੀ ਡਾਕਟਰ ਨੇ ਉਹ ਤੁਹਾਨੂੰ ਇਹ ਦੇ ਸਕਦੇ ਆ। ਇਹ ਟ੍ਰਾਂਜੀਸ਼ਨ ਉਹ ਕਹਿੰਦੇ ਅੰਡਰਵੇ ਆ। ਜਿਹੜੇ ਫੈਮਿਲੀ ਫਿਜ਼ੀਸ਼ੀਅਨਸ ਨੇ ਉਹਨਾਂ ਕੋਲ ਇਹ ਟੂਲਸ ਅਤੇ ਐਜੂਕੇਸ਼ਨ ਸਾਰਾ ਕੁਛ ਦਿੱਤਾ ਜਾ ਰਿਹਾ ਕਿ ਜਿਹਦੇ ਨਾਲ ਉਹ ਮੈਡੀਕੇਸ਼ਨ ਤੁਹਾਨੂੰ ਪ੍ਰਸਕ੍ਰਾਈਬ ਕਰ ਸਕਦੇ ਆ, ਅਤੇ ਸਾਰਾ ਕੁਛ ਇਹਦੇ ਨਾਲ ਸੌਖਾ ਹੋ ਜਾਊਗਾ। ਫੈਮਿਲੀ ਡਾਕਟਰਸ ਇਹਦੇ ਲਈ ਤਿਆਰ ਹੋ ਰਹੇ ਆ ਕਿ ਨਵੀਂ ਇੱਕ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਆ ਰਹੀ ਆ, ਜਿਹਦੇ ਨਾਲ ਫੈਮਿਲੀ ਫਿਜ਼ੀਸ਼ੀਅਨ ਹੁਣ ਜਿਹੜੇ ਥੋੜ੍ਹੇ ਜਿਹੇ ਕੰਫਰਟੇਬਲ ਹੋਣਗੇ ਇਹ ਦਵਾਈ ਤੁਹਾਨੂੰ ਦੇਣ ਦੇ ਵਿੱਚ, ਅਤੇ ਇਹਦੇ ਨਾਲ ਬਹੁਤ ਵੱਡਾ ਫਾਇਦਾ ਵੀ ਲੋਕਾਂ ਨੂੰ ਹੋਊਗਾ। ਇੱਕ ਜਿਹੜਾ ਕੰਪਲੀਕੇਟਡ ਪ੍ਰੋਸੈਸ ਸੀ ਵੀ ਕਿਹਨੂੰ ਇਹ ਦਵਾਈ ਦਿੱਤੀ ਜਾ ਸਕਦੀ ਅਤੇ ਕੌਣ ਇਹ ਦਵਾਈ ਦੇ ਸਕਦਾ, ਉਹਦੇ ਵਿੱਚ ਵੀ ਇੱਕ ਥੋੜ੍ਹਾ ਜਿਹਾ ਕਹਿੰਦੇ ਸੌਖ ਹੋਊਗੀ, ਜਿਹਦੇ ਨਾਲ ਲੋਕਾਂ ਦਾ ਇਲਾਜ ਜ਼ਿਆਦਾ ਹੋਊਗਾ। ਅਲਬਰਟਾ ਹੈਲਥ ਦੇ ਵਿੱਚ ਜਿਹੜੀ ਉਹਨਾਂ ਨੂੰ ਇੱਕ ਪ੍ਰੋਸੈਸ ਹੁੰਦਾ ਕਿ ਤੁਸੀਂ ਜੇਕਰ ਤੁਹਾਨੂੰ ਹੁਣ ਜਿਹੜਾ ਇਸ ਵੇਲੇ ਸਿਸਟਮ ਚੱਲ ਰਿਹਾ ਉਹਦੇ ਵਿੱਚ ਇਹ ਆ ਕਿ ਜੇ ਤੁਸੀਂ ਲੈਬ ਟੈਸਟ ਬੁੱਕ ਕੀਤਾ ਆ, ਉਸ ਤੋਂ ਬਾਅਦ ਰਿਜ਼ਲਟ ਪੋਜ਼ੀਟਿਵ ਆ ਜਾਂਦਾ ਤਾਂ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਫੋਨ ਕਰੋ, ਜਿਹੜਾ ਡੈਡੀਕੇਟਡ ਹੈਲਥ ਲਿੰਕ ਆ 184434309771 ਦੇ ਉੱਤੇ ਮੈਸੇਜ ਛੱਡੋ। ਮੈਸੇਜ ਛੱਡਣ ਤੋਂ ਬਾਅਦ ਜਨਰਲੀ 24 ਘੰਟੇ ਦੇ ਵਿੱਚ ਤੁਹਾਨੂੰ ਜਿਹੜਾ ਵਾਪਸ ਕਾਲ ਆ ਜਾਂਦੀ ਆ, ਅਤੇ ਜੇ ਕੁਆਲੀਫਾਈ ਕਰਦਾ ਹੈ ਪੇਸ਼ੈਂਟ ਤਾਂ ਫਿਰ ਉਹਨੂੰ ਫਿਜ਼ੀਸ਼ੀਅਨ ਦੇ ਕੋਲ ਰੈਫਰ ਕਰ ਦਿੱਤਾ ਜਾਂਦਾ ਆ, ਅਤੇ ਉਹਦੇ ਤੋਂ ਬਾਅਦ ਫਿਰ ਜਿਹੜਾ ਟਰੀਟਮੈਂਟ ਪ੍ਰੋਗਰਾਮ ਆ ਉਹ ਚੱਲਦਾ ਆ। ਅਤੇ ਹੁਣ ਜਿਹੜਾ ਪ੍ਰੋਸੈਸ ਹੈਗਾ ਉਹ ਸਿੱਧੀ ਕਨਫਰਮੇਸ਼ਨ ਕੋਵਿਡ-19 ਇਨਫੈਕਸ਼ਨ ਦੀ ਰੈਪਿਡ ਟੈਸਟ ਦੇ ਨਾਲ ਹੋ ਜਾਊਗੀ, ਅਤੇ ਉਹਦੇ ਤੋਂ ਬਾਅਦ ਜਿਹੜਾ PCR ਟੈਸਟ ਦੇ ਲਈ ਤੁਹਾਡੀ ਐਕਸੈਸ, ਅਤੇ ਫਿਰ ਉਹਦੇ ਤੋਂ ਬਾਅਦ ਫੈਮਿਲੀ ਫਿਜ਼ੀਸ਼ੀਅਨ ਤੁਹਾਨੂੰ ਇਹ ਐਂਟੀਵਾਇਰਲ ਮੈਡੀਸਨ ਦੇ ਸਕਦਾ ਆ, ਜਿਹਦੇ ਨਾਲ ਕਿ ਤੁਸੀਂ ਜਲਦੀ ਇਹਦੇ ਤੋਂ ਕੋਵਿਡ ਤੋਂ ਛੁਟਕਾਰਾ ਪਾ ਸਕਦੇ ਹੋ। ਵੈਕਸੀਨ ਆਪਣੀ ਥਾਂ ਆ, ਪਰ ਇਹਦਾ ਇਲਾਜ ਇਸ ਤਰੀਕੇ ਨਾਲ ਕਰਨਾ, ਇਹਦਾ ਵੀ ਹੁਣ ਤਰੀਕਾ ਸੌਖਾ ਕੀਤਾ ਜਾ ਰਿਹਾ। ਜਦੋਂ ਕੋਵਿਡ ਸ਼ੁਰੂ ਹੋਇਆ ਸੀ ਕਈ ਸਮੱਸਿਆਵਾਂ ਸਾਹਮਣੇ ਆਈਆਂ ਸੀ। ਉਹਨਾਂ ਇੱਕ ਸਮੱਸਿਆਵਾਂ ਦੇ ਵਿੱਚੋਂ ਇੱਕ ਸਮੱਸਿਆ ਇਹ ਸੀ ਕਿ ਪ੍ਰੋਪਰ ਸੈਨੀਟਾਈਜ਼ਰ ਨਹੀਂ ਸੀ ਮਿਲ ਰਿਹਾ। ਸਟੋਰਾਂ ਦੇ ਤੋਂ ਲੋਕਾਂ ਨੇ ਸੈਨੀਟਰੀ ਚੱਕ ਲਿਆ ਸੀ, ਅਤੇ ਸੈਨੀਟਾਈਜ਼ਰ ਚੱਕਣ ਦੇ ਨਾਲ ਕਿਉਂਕਿ ਉਹਨਾਂ ਦੀ ਵਰਤੋਂ ਜ਼ਿਆਦਾ ਵੱਧ ਗਈ ਸੀ, ਲੋਕਾਂ ਨੇ ਖਤਮ ਕਰ ਦਿੱਤੇ। ਉਹਨੇ ਸੈਨੀਟਾਈਜ਼ਰ ਬਣ ਨਹੀਂ ਸੀ ਰਹੇ। ਫਿਰ ਹੋਇਆ ਕੀ, ਕਿਉਂਕਿ ਉਹਦੇ ਵਿੱਚ ਹੁੰਦੀ ਅਲਕੋਹਲ ਆ, ਅਤੇ ਅਲਕੋਹਲ ਹੀ ਸ਼ਰਾਬ ਦੇ ਵਿੱਚ ਹੁੰਦੀ ਹੈ, ਅਤੇ ਜਿਹੜੀਆਂ ਡਿਸਟਿਲਰੀਜ਼ ਆਪਣੇ ਹੈਗੀਆਂ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨਾਂ ਨੇ ਸੈਨੀਟਾਈਜ਼ਰ ਬਣਾਉਣੇ ਸ਼ੁਰੂ ਕਰ ਦਿੱਤੇ ਸੀ। ਅਤੇ ਹੁਣ
ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਹੁਣ ਇਹ ਬੰਦ ਕਰ ਦਿਓ। ਤੇ 8 ਮਈ ਤੋਂ BC ਦੀਆਂ ਡਿਸਟਿਲਰੀਜ਼ ਜਿੱਥੇ ਸ਼ਰਾਬ ਬਣਦੀ ਆ ਉਹ ਹੁਣ ਸੈਨੀਟਾਈਜ਼ਰ, ਹੱਥ ਸਾਫ਼ ਕਰਨ ਵਾਲੇ ਜਿਹੜੇ ਸੈਨੀਟਾਈਜ਼ਰ ਆ ਉਹ ਬਣਾਉਣੇ ਬੰਦ ਕਰ ਦੇਣਗੇ। ਬਹੁਤ ਸਾਰੇ ਛੋਟੇ ਲਿਕਰ ਪ੍ਰੋਡਿਊਸਰ ਜਿਹੜੇ ਸੀਗੇ ਪੂਰੇ ਪ੍ਰੋਵਿੰਸ ਦੇ ਵਿੱਚ, ਉਹਨਾਂ ਨੇ ਆਪਣੇ ਬਿਜ਼ਨਸ ਇਸ ਪੈਂਡੈਮਿਕ ਦੇ ਸ਼ੁਰੂ ਦੇ ਵਿੱਚ ਸੈਨੀਟਾਈਜ਼ਰ ਦੀ ਪ੍ਰੋਡਕਸ਼ਨ ਵਧਾਉਣ ਦੇ ਲਈ ਇੱਧਰਲੇ ਪਾਸੇ ਨੂੰ ਸ਼ੁਰੂ ਕਰ ਦਿੱਤੇ ਸੀ। ਲੋਕ ਸੈਨੀਟਾਈਜ਼ਰ ਦੀ ਮੰਗ ਵੀ ਬਹੁਤ ਕਰ ਰਹੇ ਸੀ ਤੇ ਹੁਣ ਬਹੁਤ ਸਾਰੀ ਪ੍ਰੋਡਕਸ਼ਨ ਉਹਨਾਂ ਦੀ ਡਾਇਵਰਟ ਹੋ ਗਈ ਸੀ ਸ਼ਰਾਬ ਬਣਾਉਣ ਤੋਂ ਸੈਨੀਟਾਈਜ਼ਰ ਬਣਾਉਣ ਵੱਲ, ਤੇ ਹੁਣ ਉਹਨੂੰ ਬੰਦ ਕੀਤਾ ਗਿਆ। ਤੇ ਕੁਝ ਦਿਨਾਂ ਦੇ ਵਿੱਚ ਹੀ ਉਹ ਕਹਿੰਦੇ ਜਦੋਂ ਅਸੀਂ ਸ਼ੁਰੂ ਕੀਤਾ ਸੀ ਇਹ, ਤੇ ਲੋਕ ਇੰਨਾ ਜ਼ਿਆਦਾ ਜਿਹੜਾ ਫੋਨ ਕਰਦੇ ਸੀ ਕਿ ਸੈਂਕੜੇ ਫੋਨ ਕਾਲਾਂ ਤੇ ਈਮੇਲਾਂ ਰੋਜ਼ ਆਉਂਦੀਆਂ ਸੀ ਤੇ ਹਰੇਕ ਵਿਅਕਤੀ ਜਿਹੜਾ ਫੋਨ ਕਰਦਾ ਸੀ ਕਈ ਵਾਰੀ ਇਹ ਕਹਿੰਦਾ ਸੀ ਕਿ 20 ਲੀਟਰ ਸੈਨੀਟਾਈਜ਼ਰ ਸਾਡੇ ਘਰ ਦੇ ਲਈ ਬਣਾ ਦਿਓ। ਔਰ ਉਹਦੇ ਤੋਂ ਬਾਅਦ ਪ੍ਰੋਡਕਸ਼ਨ ਤੋਂ ਬਾਅਦ ਫਿਰ ਸੈਨੀਟਾਈਜ਼ਰ ਇਸ ਮਈ ਦੇ ਸ਼ੁਰੂ ਵਿੱਚ ਜਿਹੜੇ ਬੰਦ ਕੀਤੇ ਗਏ ਆ, ਤੇ ਇਹ ਵੀ ਕਿਹਾ ਗਿਆ ਕਿ ਜਿਹੜਾ ਤੁਹਾਡੇ ਕੋਲ ਸਟਾਕ ਹੈਗਾ ਆ ਹੁਣ ਤੱਕ ਬਣ ਚੁੱਕੇ ਆ, ਇਹਨਾਂ ਨੂੰ ਨਵੰਬਰ ਤੱਕ ਕਲੀਅਰ ਕਰ ਦਿੱਤਾ ਜਾਵੇ। ਤੇ ਇਹ ਹੁਣ ਇੱਕ ਜਿਹੜੀ ਨਵੀਂ ਗੱਲਬਾਤ ਹੈਗੀ ਆ ਕਿ 100 ਕਾਲਸ ਪਹਿਲਾਂ ਇੱਕ ਦਿਨ ਦੇ ਵਿੱਚ ਸੈਨੀਟਾਈਜ਼ਰ ਦੇ ਲਈ ਲੋਕਾਂ ਨੂੰ ਆਉਂਦੀਆਂ ਸੀ, ਇੱਕ ਘਰ ਦੇ ਵਿੱਚ 20 ਲੀਟਰ ਸੈਨੀਟਾਈਜ਼ਰ ਵੀ ਲੱਗਦਾ ਸੀ। ਤੇ ਹੁਣ ਇੱਧਰ ਇਹਨਾਂ ਸਾਈਡ ਦੇ ਉੱਤੇ ਜਿਹੜੀਆਂ ਡਿਸਟਿਲਰੀ ਤੇ ਲਿਕਰ ਪ੍ਰੋਡਿਊਸਰ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਹੁਣ ਉਹ ਇਹ ਸੈਨੀਟਾਈਜ਼ਰ ਬਣਾਉਣੇ ਬੰਦ ਕਰ ਦੇਣਗੇ ਤੇ ਜਿਹੜੀ ਉਹਨਾਂ ਦਾ ਪਹਿਲਾ ਡਿਸਟਿਲਰੀ ਦੇ ਵਿੱਚ ਸ਼ਰਾਬ ਬਣਾਉਣ ਦਾ ਜਿਹੜਾ ਕੰਮਕਾਰ ਆ ਉਹਦੇ ਵੱਲ ਨੂੰ ਹੋਣਗੇ, ਤੇ ਜਿਹੜਾ ਸਟਾਕ ਆ ਉਹ ਨਵੰਬਰ ਤੱਕ ਖਤਮ ਕਰ ਦਿੱਤਾ ਜਾਊਗਾ। ਕੋਵਿਡ ਦੀ ਵੈਕਸੀਨ ਪਹਿਲਾਂ ਵੱਧ ਉਮਰ ਵਾਲਿਆਂ ਨੂੰ ਲੱਗੀ ਸੀ, ਫਿਰ ਹੌਲੀ ਹੌਲੀ ਥੱਲੇ ਨੂੰ ਆਉਂਦੇ ਆਉਂਦੇ ਥੱਲੇ ਤੱਕ ਆ ਗਏ ਤੇ ਹੁਣ 5 ਸਾਲ ਤੋਂ ਉੱਪਰ ਵਾਲਿਆਂ ਤੱਕ ਕੋਵਿਡ ਵੈਕਸੀਨ ਜਿਹੜੀ ਅਵੇਲੇਬਲ ਆ। ਹੁਣ ਪਹਿਲੀ ਕੋਵਿਡ-19 ਵੈਕਸੀਨ ਇਨਫੈਂਟਸ ਦੇ ਲਈ ਜਿਹੜੇ ਬਹੁਤ ਯੰਗ ਬੱਚੇ ਹੈਗੇ ਆ ਉਹਨਾਂ ਲਈ ਰਿਵਿਊ ਹੈਲਥ ਕੈਨੇਡਾ ਕਰ ਰਿਹਾ। ਮੋਡਰਨਾ ਜਿਹੜੀ ਆ ਕੈਨੇਡਾ ਪ੍ਰੈਜ਼ੀਡੈਂਟ ਪੈਟਰਿਕ ਗੋਦੀਅਰ ਨੇ ਅੱਜ ਸ਼ੁੱਕਰਵਾਰ ਨੂੰ ਦੱਸਿਆ ਕਿ ਐਪਲੀਕੇਸ਼ਨ ਇੱਕ ਕੈਨੇਡੀਅਨ ਵੈਕਸੀਨ ਰੈਗੂਲੇਟਰ ਕੋਲ ਵੀਰਵਾਰ ਬਾਅਦ ਦੁਪਹਿਰ ਦਿੱਤੀ ਗਈ ਆ ਕਿ ਬੱਚੇ ਜਿਹੜੇ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਆ ਉਹਨਾਂ ਦੇ ਬਾਰੇ, ਉਹਨਾਂ ਦੇ ਵੈਕਸੀਨ ਲਾਉਣ ਦੇ ਬਾਰੇ ਮਨਜ਼ੂਰੀ ਦਿੱਤੀ ਜਾਵੇ। ਤੇ ਹੁਣ ਇਹ ਹੈਲਥ ਕੈਨੇਡਾ ਦੇ ਹੱਥਾਂ ਦੇ ਵਿੱਚ ਆ। ਉਹ ਕਹਿੰਦੇ ਕਿ ਕੀ ਕਰਦੇ ਆ, ਜਿਹੜਾ ਕੰਪਨੀ ਨੇ ਅਨਾਊਂਸਮੈਂਟ ਕੀਤੀ ਆ ਮੌਂਟਰੀਅਲ ਦੇ ਵਿੱਚ, ਤੇ ਹੈਲਥ ਕੈਨੇਡਾ ਹੁਣ ਕਨਫਰਮ ਕਰੂਗਾ ਕਿ ਇਹਨੂੰ ਐਪਲੀਕੇਸ਼ਨ ਨੂੰ ਕੰਸੀਡਰ, ਉਹਨਾਂ ਨੇ ਕਨਫਰਮ ਕਰ ਦਿੱਤਾ ਕਿ ਅਸੀਂ ਇਸ ਐਪਲੀਕੇਸ਼ਨ ਨੂੰ ਸ਼ੁੱਕਰਵਾਰ ਨੂੰ ਕੰਸੀਡਰ ਕਰਨਾ ਸ਼ੁਰੂ ਕਰ ਦਿੱਤਾ ਆ। ਕੰਪਨੀ ਇਹ ਕਹਿ ਰਹੀ ਹੈ ਕਿ 6700 ਬੱਚਿਆਂ ਦੇ ਉੱਤੇ ਦੇ ਟਰਾਇਲ ਕੀਤੇ ਨੇ ਗਏ ਆ ਵੈਕਸੀਨ ਦੇ। ਵੈਕਸੀਨ ਸੇਫ ਆ ਤੇ ਸਿਮਿਲਰ ਐਂਟੀਬਾਡੀ ਰਿਸਪੌਂਸ ਪੈਦਾ ਕਰਦੀ ਆ ਜਿੱਦਾਂ ਵੱਡਿਆਂ ਦੇ ਵਿੱਚ ਕਰਦੀ ਆ, ਅਡਲਟਸ ਦੇ ਵਿੱਚ ਇਹਦਾ ਕੋਈ ਵੀ ਫਰਕ ਨਹੀਂ ਆ। ਤੇ ਇਹਦਾ ਦੂਜਾ ਮਤਲਬ ਇਹ ਆ ਕਿ ਕੰਮਕਾਰ ਇਹਦਾ ਪ੍ਰੋਪਰ ਪੂਰਾ ਹੋਊਗਾ। ਸਿੰਗਲ ਡੋਜ਼ ਬੱਚਿਆਂ ਦੇ ਵਿੱਚ 6 ਤੋਂ ਲੈ ਕੇ ਜਿਹੜੇ 6 ਸਾਲ ਤੋਂ ਥੱਲੇ ਆ 25 ਮਾਈਕਰੋਗ੍ਰਾਮ ਕਹਿੰਦੇ ਇਹਨਾਂ ਦੇ ਵਿੱਚ ਲਾਈ ਜਾਊਗੀ। 1 ਕੁਆਟਰ ਜਿਹੜਾ ਦਿੱਤਾ ਜਾ ਰਿਹਾ ਅਡਲਟ ਨੂੰ ਉਹਦਾ, ਤੇ ਟੀਨਏਜਰ ਦਾ ਅੱਧਾ ਸਾਈਜ਼ ਜਿਹੜਾ 6 ਤੋਂ 11 ਤੱਕ ਜਿਹੜਾ ਦਿੱਤਾ ਜਾ ਰਿਹਾ। ਸੋ ਇਹਦੀ ਜਿਹੜੀ ਵੈਕਸੀਨ ਦੀ ਮਾਤਰਾ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾਂਦਾ। ਸੋ ਐਪਲੀਕੇਸ਼ਨ ਹੁਣ ਵੈਕਸੀਨ ਦੀਆਂ 2 ਡੋਜ਼ਸ ਜਿਹੜੀਆਂ ਦਿੱਤੀਆਂ ਜਾਣੀਆਂ ਆ ਤੇ 4 ਹਫ਼ਤੇ ਦੇ ਫਰਕ ਦੇ ਨਾਲ। ਟਰਾਇਲ ਜਿਹੜਾ ਉਸ ਵੇਲੇ ਕੀਤਾ ਗਿਆ ਜਦੋਂ ਇੱਕ ਵਾਰੀ ਪੂਰੀ ਜਿਹੜੀ ਓਮੀਕਰੋਨ ਦੀ ਜਿਹੜੀ ਵੇਰੀਐਂਟ ਦੀ ਪੀਕ ਸੀਗੀ ਉਹਦੇ ਵਿੱਚ ਕੀਤਾ ਗਿਆ। ਇਫੈਕਟਿਵਨੈਸ ਇਹਦੀ ਕਹਿੰਦੇ ਬਹੁਤ ਆ, ਜਿੱਦਾਂ ਅਡਲਟਸ ਦੇ ਵਿੱਚ ਆ ਉਸੇ ਤਰ੍ਹਾਂ ਬੱਚਿਆਂ ਦੇ ਵਿੱਚ ਆ। ਸੋ ਹੁਣ ਛੋਟੇ ਬੱਚਿਆਂ ਨੂੰ ਵੀ ਵੈਕਸੀਨ ਲੱਗਣ ਦਾ ਜਿਹੜਾ ਕੰਮਕਾਰ ਆ ਉਹ ਤਿਆਰ ਹੋ ਗਿਆ। ਮੋਡਰਨਾ ਦੀ ਕੋਵਿਡ-19 ਵੈਕਸੀਨ ਪਹਿਲੀ ਵਾਰੀ ਅਪਰੂਵ ਕੀਤੀ ਗਈ ਸੀ ਅਡਲਟਸ ਦੇ ਲਈ ਦਸੰਬਰ 2020 ਦੇ ਵਿੱਚ, ਤੇ 12 ਤੋਂ 17 ਦੀ ਅਗਸਤ 2021 ਦੇ ਵਿੱਚ, ਤੇ ਫਿਰ ਬੱਚੇ ਜਿਹੜੇ 6 ਤੋਂ 11 ਦੇ ਵਿੱਚ ਆ ਉਹ ਮਾਰਚ ਦੇ ਵਿੱਚ ਅਪਰੂਵ ਕੀਤੀ ਗਈ ਸੀ। ਹੁਣ ਜਿਹੜੀ ਕੈਨੇਡਾ ਦੇ ਵਿੱਚ ਕੋਈ ਵੀ ਵੈਕਸੀਨ ਅਜੇ ਤੱਕ ਆਥੋਰਾਈਜ਼ ਨਹੀਂ ਆ ਜਿਹੜੇ ਬੱਚੇ 5 ਸਾਲ ਤੋਂ ਘੱਟ ਨੇ। ਫਾਈਜ਼ਰ ਬਾਇਓਟੈਕ ਜਿਹੜੀ ਪੈਡੀਆਟ੍ਰਿਕ ਵੈਕਸੀਨ ਆ ਇਹ ਵੀ 5 ਤੋਂ 11 ਸਾਲ ਦੇ ਬੱਚਿਆਂ ਤੱਕ ਅਜੇ ਤੱਕ ਅਵੇਲੇਬਲ ਆ। ਸੋ ਜਿਹੜਾ ਇਹ 5 ਸਾਲ ਤੋਂ ਘੱਟ ਉਮਰ ਦੇ ਵਾਲੇ ਬੱਚਿਆਂ ਦੇ ਲਈ ਇਹ ਵੈਕਸੀਨ ਦੀ ਮਨਜ਼ੂਰੀ ਹੁਣ ਦੇਖੀ ਜਾਊਗੀ ਕਿ ਕਦੋਂ ਮਿਲਦੀ ਆ। ਪੂਰੇ ਦੇਸ਼ ਦੇ ਵਿੱਚ ਦੇਖਿਆ ਜਾਵੇ ਤਾਂ 40% ਜਿਹੜੇ ਬੱਚੇ ਹੈਗੇ 5 ਤੋਂ 11 ਸਾਲ ਦੇ ਫੁੱਲੀ ਵੈਕਸੀਨੇਟ ਹੋਏ ਆ। 84% ਬੱਚੇ ਜਿਹੜੇ ਟੀਨਸ ਨੇ 12 ਤੋਂ 17 ਸਾਲ ਦੇ ਵਿੱਚ, ਤੇ 88% ਬੱਚੇ ਜਿਹੜੇ ਦੂਜੀ ਏਜ ਦੇ ਨੇ ਉਹ 18 ਸਾਲ ਤੱਕ ਵੈਕਸੀਨੇਸ਼ਨ ਉਹਨਾਂ ਦੀ ਕੀਤੀ ਗਈ ਹੈ। ਤੇ ਹੁਣ ਇਹ ਬੱਚਿਆਂ ਦੇ ਵਿੱਚ ਵੈਕਸੀਨ ਦਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ, ਜਲਦੀ ਇਹਨਾਂ ਬੱਚਿਆਂ ਦੇ ਵਿੱਚ ਵੀ ਵੈਕਸੀਨ ਲਾ ਦਿੱਤੀ ਜਾਊਗੀ। 911 ਕਾਲ ਇੱਕ ਬਹੁਤ ਵੱਡੀ 911 ਕਾਲ ਕਰਨੀ ਇੱਕ ਬਹੁਤ ਵੱਡੀ ਚੀਜ਼ ਆ। ਇਹਨਾਂ ਮੁਲਕਾਂ ਦੀ ਖਾਸ ਗੱਲ ਵੀ ਹੈ
ਜਿਹੜੇ ਵਿਕਾਸਸ਼ੀਲ ਜਾਂ ਦੂਜੇ ਗਰੀਬ ਦੇਸ਼ ਨੇ ਉਹਨਾਂ ਨਾਲੋਂ ਵਿਕਸਿਤ ਦੇਸ਼ਾਂ ਦੇ ਵਿੱਚ ਇਹੀ ਫਰਕ ਆ ਕਿ ਤੁਹਾਨੂੰ ਕੋਈ ਵੀ ਐਮਰਜੈਂਸੀ ਹੈ, ਤੁਸੀਂ 911 ਡਾਇਲ ਕਰਦੇ ਆ ਤਾਂ ਉਸ ਵੇਲੇ ਤੁਹਾਡੇ ਕੋਲ ਜਿਹੜੀ ਹਰ ਤਰ੍ਹਾਂ ਦੀ ਸਹੂਲਤ ਆ ਜਾਂਦੀ ਹੈ। ਪਰ ਪਿਛਲੇ ਸਮੇਂ ਦੇ ਵਿੱਚ ਦੇਖਿਆ ਇਹ ਗਿਆ, ਕਈ ਖਬਰਾਂ ਆਈਆਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਵੀ ਕਈ ਖਬਰਾਂ ਆਈਆਂ ਕਿ ਔਰਤ ਜਿਹੜੀ ਆ ਉਹ 911 ਕਾਲ ਕਰਦੀ ਰਹੀ, ਕੋਈ ਆਇਆ ਹੀ ਨਹੀਂ, ਤੈਨੂੰ ਟੈਕਸੀ ਲੈ ਕੇ ਹਸਪੀਟਲ ਜਾਣਾ ਪਿਆ। ਇਹ ਵੀ ਖਬਰਾਂ ਆਈਆਂ ਕਿ ਇੱਕ ਘਰ ਦੇ ਵਿੱਚ 911 ਕਾਲ ਲੰਘੀਆਂ ਗਰਮੀਆਂ ਦੇ ਵਿੱਚ ਲੈਂਗਲੀ ਦੇ ਵਿੱਚ, ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਨੇ ਕੀਤੀ, ਕੋਈ ਆਇਆ ਹੀ ਨਹੀਂ। ਉਹਦੇ ਤੋਂ ਬਾਅਦ ਉਹਦੀ ਵਾਈਫ ਬਾਹਰ ਸਟਰੀਟ ਦੇ ਉੱਤੇ ਜਾ ਕੇ ਲੋਕਾਂ ਦੀਆਂ ਮਿੰਨਤਾਂ ਕਰਦੀ ਰਹੀ, ਟੈਕਸੀ ਵੀ ਕਰਦੀ ਰਹੀ, ਪਰ ਜਿੰਨੇ ਚਿਰ ਨੂੰ ਉਹ ਵਿਅਕਤੀ ਹਸਪੀਟਲ ਗਿਆ ਉਹਦੀ ਮੌਤ ਹੋ ਗਈ। ਜਿਹੜਾ ਵੇਟ ਟਾਈਮ ਆ ਕਾਲ ਕਰਨ ਦੇ ਵਿੱਚ ਤੇ ਸਰਵਿਸ ਦੇ ਸਹਾਇਤਾ ਦੇ ਪਹੁੰਚਣ ਦੇ ਵਿੱਚ, ਉਹ ਵੱਧਦਾ ਜਾ ਰਿਹਾ, ਲਗਾਤਾਰ ਵੱਧਦਾ ਜਾ ਰਿਹਾ, ਔਰ ਜਦੋਂ ਕੋਈ ਸੰਕਟ ਦਾ ਸਮਾਂ ਹੁੰਦਾ ਉਸ ਵੇਲੇ ਜ਼ਿਆਦਾ ਵੱਧ ਜਾਂਦਾ। ਇਹਦਾ ਹੁਣ ਹੱਲ ਕੀ ਕੀਤਾ ਗਿਆ? ਕੈਲਗਰੀ ਇੱਕ ਨਵਾਂ ਇਨੀਸ਼ੀਏਟਿਵ ਇਹਦੇ ਵਿੱਚ ਮਈ ਤੋਂ ਸ਼ੁਰੂ ਕਰ ਰਹੀ ਆ। ਜਿਹੜਾ ਅਲਬਰਟਾ ਹੈਲਥ ਸਰਵਿਸਿਜ਼ ਆ, AHS, ਉਹਨਾਂ ਦੇ ਇਸ ਐਮਰਜੈਂਸੀ ਮੈਡੀਕਲ ਸਰਵਿਸ ਦੇ ਉੱਤੇ ਜਿਹੜਾ ਪ੍ਰੈਸ਼ਰ ਪੈ ਰਿਹਾ ਉਹਨੂੰ ਐਡਰੈਸ ਕਰਨ ਦੇ ਲਈ ਤੇ ਲੰਬੀ ਵੇਟ ਨੂੰ ਠੀਕ ਠਾਕ ਕਰਨ ਦੇ ਲਈ ਇੱਕ ਨਵੀਂ ਕੈਲਗਰੀ ਇੰਟੀਗ੍ਰੇਟਿਡ ਆਪਰੇਸ਼ਨ ਸੈਂਟਰ, IOC ਇੰਟੀਗ੍ਰੇਟਿਡ ਆਪਰੇਸ਼ਨ ਸੈਂਟਰ ਆ, ਇੱਕ ਲਾਂਚ ਕੀਤਾ ਜਾ ਰਿਹਾ ਅਗਲੇ ਮਹੀਨੇ, ਤਾਂ ਕਿ ਜਿਹੜੀ ਐਂਬੂਲੈਂਸਿਸ ਜਾਂ ਐਮਰਜੈਂਸੀ ਮੈਡੀਕਲ ਸਰਵਿਸਿਜ਼ ਆ ਉਹ ਬੈਸਟ ਕੇਅਰ ਸੈਂਟਰ ਤੱਕ ਉਧਰਲੇ ਪਾਸੇ ਨੂੰ ਭੇਜੀਆਂ ਜਾ ਸਕਣ। ਉਹ ਕਹਿੰਦੇ ਸਾਨੂੰ ਅਲਬਰਟਾ ਵਾਸੀਆਂ ਦੀ ਸਿਹਤ ਦੇ ਲਈ ਅਸੀਂ ਕੰਸਰਨ ਆ, ਸਾਨੂੰ ਧਿਆਨ ਆ, ਸਾਨੂੰ ਦੂਜੇ ਪਾਸੇ ਇਹ ਵੀ ਪਤਾ ਕਿ ਜਿਹੜਾ ਇਹਨਾਂ ਮੈਡੀਕਲ ਸਰਵਿਸਿਜ਼ ਦੇ ਉੱਤੇ ਪ੍ਰੈਸ਼ਰ ਆ ਉਹਨੂੰ ਕਿਸ ਤਰੀਕੇ ਦੇ ਨਾਲ ਘੱਟ ਕਰਨਾ ਹੈ, ਅਤੇ ਜਿਹੜਾ ਪੇਸ਼ੈਂਟ ਦਾ ਫਲੋ ਆ ਉਹਦੇ ਵਿੱਚ ਡਿਲੇ ਕਿੱਦਾਂ ਘਟਾਉਣਾ ਹੈ। ਮਿਨਿਸਟਰ ਆਫ ਹੈਲਥ ਜੇਸਨ ਕੋਪਿੰਗ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਲਬਰਟਾ ਵਾਸੀਆਂ ਨੂੰ ਇਹ ਗੱਲ ਸਮਝਣੀ ਪਊਗੀ ਕਿ ਉਹਨਾਂ ਦੇ ਲਈ 911 ਕਾਲ ਦੇ ਉੱਤੇ ਐਂਬੂਲੈਂਸ ਅਵੇਲੇਬਲ ਆ, ਅਤੇ ਅਸੀਂ ਇਹਨੂੰ ਹੋਰ ਬੈਟਰ ਕਰਨ ਦੇ ਲਈ ਦੇਖ ਰਹੇ ਹਾਂ। ਅਤੇ ਉਹਨਾਂ ਨੇ ਖਾਸ ਤੌਰ 'ਤੇ ਜਿਹੜਾ IOC ਆ ਇਹਦਾ ਧੰਨਵਾਦ ਕੀਤਾ ਕਿ ਬਾਕੀ ਜਿਹੜੇ ਪਲਾਨਸ ਦੇ ਤਹਿਤ ਵੀ ਕੀਤਾ ਜਾ ਰਿਹਾ। ਜਿਹੜੇ ਹੈੱਡ ਨੇ ਹੈਲਥ ਸਾਇੰਸਿਸ ਐਸੋਸੀਏਸ਼ਨ ਆਫ ਅਲਬਰਟਾ ਦੇ ਮਾਈਕ ਪਾਰਕਰ, ਉਹਨਾਂ ਨੇ ਕਿਹਾ ਕਿ ਮੂਵ ਬਹੁਤ ਜੀ ਆਇਆਂ ਕਹਿਣਾ ਚਾਹੀਦਾ ਇਹਨੂੰ, ਕਿ ਇਹਦੇ ਨਾਲ ਐਂਬੂਲੈਂਸ ਦੀ ਉਡੀਕ ਘੱਟ ਜਾਊਗੀ। ਦੂਜੇ ਪਾਸੇ ਕਿਉਂਕਿ ਉੱਥੇ ਸਟਾਫ ਹੀ ਨਹੀਂ ਪੂਰਾ, ਲੋਕ ਕੰਮ ਕਰਨ ਦੇ ਲਈ ਸਮੱਸਿਆਵਾਂ ਬਹੁਤ ਆ। 400 ਵੇਕੈਂਟ ਸ਼ਿਫਟ ਉਹਨਾਂ ਕੋਲ ਜਿਹੜੇ ਪੈਰਾਮੈਡਿਕਸ ਨੇ ਉਹਨਾਂ ਦੀਆਂ ਹਰ ਸਿੰਗਲ ਵੀਕ ਦੇ ਵਿੱਚ ਨੇ। 400 ਸ਼ਿਫਟਾਂ, ਮਤਲਬ ਇੱਕ ਸ਼ਿਫਟ 8 ਘੰਟੇ ਦੀ ਹੁੰਦੀ ਆ, ਅਤੇ ਉਹ 400 ਵੇਕੈਂਟ ਸ਼ਿਫਟਸ ਪਈਆਂ ਪੈਰਾਮੈਡਿਕਸ ਦੀਆਂ, ਅਤੇ ਉਹਨੂੰ ਹੁਣ ਕੁਛ ਵੀ ਉਹਦਾ ਹੋ ਨਹੀਂ ਸਕਦਾ ਕਿਉਂਕਿ ਲੋਕ ਜਿਹੜੇ ਉੱਥੇ ਨਹੀਂ ਅਵੇਲੇਬਲ। ਅਤੇ ਜਿਹੜਾ ਇਹਨੂੰ ਉਹ ਜਿਹੜਾ ਸਿਸਟਮ ਟੁੱਟਿਆ ਆ ਉਹਨੂੰ ਫਿਕਸ ਕਰਨ ਦੀ ਕਿਤੇ ਨਾ ਕਿਤੇ ਲੋੜ ਆ। ਅਤੇ ਦੂਜਾ ਇਹ ਵੀ ਆ, ਉਹ ਕਹਿੰਦੇ ਅਸੀਂ ਹਰ ਵੇਲੇ ਸ਼ਿਫਟ ਦੇ ਉੱਤੇ ਕੰਮ ਵੀ ਨਹੀਂ ਕਰ ਸਕਦੇ ਅਤੇ ਸਾਨੂੰ ਸਟਾਫ ਦਾ ਵੀ ਧਿਆਨ ਰੱਖਣਾ ਪਊਗਾ। ਪਰ ਇਹ ਗੱਲ ਪੱਕੀ ਆ, ਜਿਹੜੀ ਗੱਲ ਉੱਥੋਂ ਦੇ ਅਧਿਕਾਰੀਆਂ ਨਾਲੇ ਵੀ ਮੰਨੀ ਹੈ ਕਿ ਲੋਕ ਮਰ ਰਹੇ ਆ, ਇਹ ਅੱਜ ਦੀ ਰਿਐਲਿਟੀ ਆ। 911 ਦੇ ਸਮੇਂ ਦੇ ਉੱਤੇ ਲੋਕਾਂ ਕੋਲ ਨਾ ਪਹੁੰਚਣ ਕਾਰਨ ਲੋਕਾਂ ਦੀ ਮੌਤ ਹੋਈ ਹੈ। ਮਲਟੀ ਪੇਸ਼ੈਂਟ ਵਹੀਕਲ ਐਕਸੀਡੈਂਟ ਐਡਮਿੰਟਨ ਦੇ ਵਿੱਚ ਜਿੱਥੇ ਕੋਈ ਟਰਾਂਸਪੋਰਟ ਐਂਬੂਲੈਂਸ ਹੀ ਨਹੀਂ ਪਹੁੰਚੀ ਉੱਥੇ ਸੀਨ ਦੇ ਉੱਤੇ, ਤੇ ਜਿਹਦੇ ਨਾਲ 2 ਲੋਕਾਂ ਦੀ ਮੌਤ ਹੋ ਗਈ ਸੀ। ਕੈਲਗਰੀ ਦੇ ਵਿੱਚ ਇੰਸੀਡੈਂਟ ਹੋਇਆ ਜਿੱਥੇ 30 ਮਿੰਟ ਦਾ ਰਿਸਪੌਂਸ ਟਾਈਮ ਆ ਕਾਰਡੀਅਕ ਅਰੈਸਟ ਦੇ ਲਈ ਸਾਊਥ ਸਾਈਡ ਦੇ ਉੱਤੇ ਅਤੇ ਬਾਕੀ ਥਾਵਾਂ ਦੇ ਉੱਤੇ, ਅਤੇ ਜਿਹਦੇ ਵਿੱਚ ਕਿ ਲੋੜ ਉਸੇ ਵੇਲੇ ਹੁੰਦੀ ਹੈ। ਸੋ ਜਿਹੜਾ ਐਂਬੂਲੈਂਸ ਦੇ ਪਹੁੰਚਣ ਦਾ ਸਮਾਂ ਆ ਉਹਨੂੰ ਘਟਾਉਣ ਦੇ ਵਿੱਚ, ਅਤੇ ਦੂਜਾ ਜਿਹੜੀਆਂ ਫੋਨ ਕਾਲ ਦੇ ਉੱਤੇ ਉੱਥੇ ਪਹੁੰਚਣ ਦੇ ਵਿੱਚ, ਇਹ ਬਹੁਤ ਮਦਦਗਾਰ ਜਿਹੜਾ ਇਨੀਸ਼ੀਏਟਿਵ ਇੱਕ ਸਿੱਧ ਹੋ ਰਿਹਾ, ਅਤੇ ਇਹਦੀ ਕਾਫੀ ਚਰਚਾ ਹੋ ਰਹੀ ਹੈ। ਇੱਕ ਖਬਰ ਅਮਰੀਕਾ ਤੋਂ। ਅਮਰੀਕਾ ਦੇ ਵਿੱਚ ਜਿਹੜੇ ਕਈ ਆਪਾਂ ਕੁਦਰਤੀ ਵਰਤਾਰੇ ਦੇਖਦੇ ਹਾਂ ਆਸਮਾਨ ਦੇ ਵਿੱਚ ਵਾਪਰਦੇ ਆ। ਇੱਕ ਵਰਤਾਰਾ ਉੱਥੇ ਵਾਪਰਿਆ ਜਿਹਦੇ ਵਿੱਚ ਇੱਕ ਬਹੁਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਆ। ਕੱਲ੍ਹ ਵੀਰਵਾਰ ਦੀ ਗੱਲ ਆ, ਸਦਰਨ ਸਟੇਟਸ ਦੇ ਵਿੱਚ 3 ਇਹਨਾਂ ਅਮਰੀਕਾ ਦੀਆਂ ਸਟੇਟਸ ਦੇ ਵਿੱਚ ਵਿਗਿਆਨੀ ਦੱਸਦੇ ਆ ਕਿ ਵਰਤਾਰਾ ਦੇਖਣ ਨੂੰ ਮਿਲਿਆ। 30 ਲੋਕਾਂ ਨੇ ਜਿਹੜਾ ਆਰਕੈਂਸਸ ਦੇ ਵਿੱਚ, ਲਿਊਸੀਆਨਾ ਦੇ ਵਿੱਚ ਅਤੇ ਮਿਸੀਸਿਪੀ ਦੇ ਵਿੱਚ ਇਹ ਵਰਤਾਰਾ ਦੇਖਿਆ ਆ, ਜਿਹਦੇ ਵਿੱਚ ਕਿ ਇੱਕ ਮਿਟਿਓਰ ਆਸਮਾਨ ਦੇ ਵਿੱਚ 8 ਵਜੇ ਬੁੱਧਵਾਰ ਨੂੰ ਸਵੇਰੇ ਉਹਨਾਂ ਨੇ ਦੇਖਿਆ। ਬਹੁਤ ਉੱਚੀ ਇੱਕ ਬੰਬ ਵਰਗੀ ਉਹਨਾਂ ਨੇ ਆਵਾਜ਼ ਸੁਣੀ ਹੈ। ਮਿਸੀਸਿਪੀ ਅਤੇ ਇਹਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਨਾਸਾ ਨੇ ਇਹ ਰਿਪੋਰਟ ਕੀਤੀ ਹੈ, ਅਤੇ 54 ਮਾਈਲ ਜਾਣੀ ਕਿ 87 ਕਿਲੋਮੀਟਰ ਉੱਤੇ ਮਿਸੀਸਿਪੀ ਦੇ ਰਿਵਰ ਤੋਂ ਐਲਕੋਰਨ ਮਿਸੀਸਿਪੀ ਅਫੀਸ਼ੀਅਲਸ ਦੱਸ ਰਹੇ ਆ। ਅਸਲ ਦੇ ਵਿੱਚ ਹੁੰਦਾ ਕੀ ਆ, ਇਹ ਵਰਤਾਰੇ ਰੇਅਰ ਹੁੰਦੇ ਆ, ਬਹੁਤ ਘੱਟ ਵਾਪਰਦੇ ਆ, ਪਰ ਕਦੇ ਕਦੇ ਇਹ ਦੇਖਣ ਨੂੰ ਮਿਲਦੇ ਆ। ਜਿਹੜੇ ਉੱਥੋਂ ਦੇ ਜੀਓ ਸਟੇਸ਼ਨਰੀ ਜਿਹੜਾ ਉੱਥੋਂ ਦਾ ਲਾਈਟਨਿੰਗ ਮੈਪਰਸ ਨੇ ਉਹ ਦੱਸ ਰਹੇ ਆ ਕਿ ਅਸੀਂ ਇਹ ਆਪਣੇ ਪਿਛਲੇ ਬਹੁਤ ਲੰਬੇ ਸਮੇਂ ਦੇ ਵਿੱਚ ਪਹਿਲੀ ਵਾਰ ਇੱਦਾਂ ਦੀ ਜਿਹੜੀ ਘਟਨਾ ਕੁਦਰਤੀ ਵਰਤਾਰਾ ਵਾਪਰਦਾ ਦੇਖਿਆ।
ਵੀ ਕਿ ਅਸਮਾਨ ਦੇ ਵਿੱਚ ਇੱਕ ਧਮਾਕਾ ਹੁੰਦਾ ਤੇ ਇੱਕ ਬਹੁਤ ਵੱਡੀ ਕੋਈ ਚੀਜ਼ ਜਿਵੇਂ ਮਗ ਦਾ ਗੋਲਾ ਹੁੰਦਾ ਉਹ ਧਰਤੀ ਵੱਲ ਨੂੰ ਆ ਰਹੀ ਹੈ ਤੇ ਧਰਤੀ ਦੇ ਨੇੜੇ ਆਉਣ ਵੇਲੇ ਉਹ ਅਲੋਪ ਹੋ ਜਾਂਦੀ ਹੈ। ਦੱਸਿਆ ਇਹ ਜਾਂਦਾ ਕਿ ਬਹੁਤ ਸਾਰੇ ਸਾਇੰਟਿਸਟ ਇਹਨੂੰ ਬੋਲੀਡ ਕਹਿ ਰਹੇ ਆ ਕਿ ਜਿਹੜਾ ਇਹ 55,000 ਮਾਈਲਜ਼ ਪਰ ਆਵਰ ਦੀ ਸਪੀਡ ਦੇ ਨਾਲ, ਮਤਲਬ 88,000 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਆਉਂਦਾ ਆ ਤੇ ਫਿਰ ਪੀਸਿਸ ਦੇ ਵਿੱਚ ਟੁੱਟ ਜਾਂਦਾ ਆ। ਜਦੋਂ ਅਰਥ ਦੇ ਐਟਮੋਸਫੀਅਰ ਦੇ ਵਿੱਚ ਆਉਂਦਾ ਡਿਸਇੰਟੀਗ੍ਰੇਟ ਹੋ ਜਾਂਦਾ। 34 ਮਾਈਲ 55 ਕਿਲੋਮੀਟਰ ਜਾਣੀ ਜਿਹੜਾ ਏਰੀਆ ਨਾਰਥ ਦੇ ਵਿੱਚ ਉਹਦੇ ਤੋਂ ਉੱਤੇ ਲਿਊਸੀਆਨਾ ਦੇ ਵਿੱਚ ਹੁੰਦਾ ਕੀ ਆ ਕਿ ਧਰਤੀ, ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਧਰਤੀ ਗੋਲ ਆ, ਅਸੀਂ ਬ੍ਰਹਿਮੰਡ ਦੇ ਵਿੱਚ ਹੈਗੇ ਹਾਂ। ਇੱਥੇ ਸੂਰਜ ਆ, ਸੂਰਜ ਦੇ 9 ਗ੍ਰਹਿ ਨੇ, ਉਹਨਾਂ ਦੇ ਵਿੱਚ ਇੱਕੋ ਧਰਤੀ ਆ, ਸੂਰਜ ਦੇ ਦੁਆਲੇ ਚੱਕਰ ਕੱਢ ਰਿਹਾ। ਹੋਰ ਵੀ ਬਹੁਤ ਕੁਛ ਬ੍ਰਹਿਮੰਡ ਦੇ ਵਿੱਚ, ਯੂਨੀਵਰਸ ਦੇ ਵਿੱਚ ਪਿਆ ਆ ਜਿਹੜਾ ਮੈਟਰ ਆ, ਤੇ ਉਹ ਮੀਟੇਰੋਇਡਸ ਜਾਂ ਅਸੀਂ ਕਹਿੰਦੇ ਹਾਂ ਜਿਹੜੀਆਂ ਡਿੱਗਦੀਆਂ ਆ, ਉਲਕਾ ਪਿੰਡ ਧਰਤੀ ਦੇ ਉੱਤੇ ਡਿੱਗਦੇ ਆ ਕਿ ਯੂਨੀਵਰਸ ਦੇ ਵਿੱਚ ਕੋਈ ਚੀਜ਼ ਘੁੰਮ ਰਹੀ ਆ, ਘੁੰਮਦੀ ਘੁੰਮਦੀ ਅਚਾਨਕ ਉਹ ਧਰਤੀ ਦੀ ਗ੍ਰੈਵੀਟੇਸ਼ਨਲ ਫੋਰਸ ਦੇ ਨੇੜੇ ਆ ਜਾਂਦੀ ਆ ਤੇ ਜਦੋਂ ਇਹਦੀ ਰੇਂਜ ਦੇ ਵਿੱਚ ਆਉਂਦੀ ਹੈ, ਇਹਦੀ ਗੁਰੂਤਾ ਖਿੱਚ ਦੀ ਰੇਂਜ ਦੇ ਵਿੱਚ, ਤਾਂ ਧਰਤੀ ਵੱਲੋਂ ਖਿੱਚੀ ਚਲੀ ਆਉਂਦੀ ਆ। ਤੇ ਜਿਹੜਾ ਜਦੋਂ ਫਿਰ ਇੱਥੇ ਵਾਤਾਵਰਨ, ਕਿਉਂਕਿ ਗੈਸਾਂ ਜਿਹੜੀਆਂ ਕੁਛ ਕਿਲੋਮੀਟਰ ਉੱਤੇ ਤੱਕ ਹੀ ਆ, ਉਹਦੇ ਤੋਂ ਬਾਅਦ ਗੈਸਾਂ ਵੀ ਹੈ ਨਹੀਂ, ਜਦੋਂ ਗੈਸਾਂ ਦੇ ਵਿੱਚ ਇਸ ਐਟਮੋਸਫੀਅਰ ਦੇ ਧਰਤੀ ਦੇ ਨੇੜੇ ਆਉਂਦੀ ਆ ਤਾਂ ਇਹ ਗੈਸਾਂ ਦੇ ਨਾਲ ਫਿਰ ਉਹਦੀ ਫ੍ਰਿਕਸ਼ਨ ਪੈਦਾ ਹੁੰਦੀ ਆ, ਰਗੜ ਹੁੰਦੀ ਆ ਤੇ ਧਰਤੀ ਦੇ ਉੱਤੇ ਵੱਜਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ, ਹਵਾ ਦੀ ਰਗੜ ਦੇ ਨਾਲ ਤਬਾਹ ਹੋ ਜਾਂਦੀ ਹੈ। ਕਈ ਵਾਰੀ ਕੁਛ ਚੀਜ਼ਾਂ ਜਿਹੜੀਆਂ ਧਰਤੀ ਦੇ ਉੱਤੇ ਡਿੱਗ ਵੀ ਪੈਂਦੀਆਂ, ਜਿਹਨੂੰ ਸਾਇੰਟਿਸਟ ਫਿਰ ਬਾਅਦ ਦੇ ਵਿੱਚ ਸਟੱਡੀ ਕਰਦੇ ਆ। ਸੋ 3 ਸਟੇਟਾਂ ਦੇ ਵਿੱਚ, ਲਿਊਸੀਆਨਾ ਦੇ ਵਿੱਚ ਤੇ ਇਹਦੇ ਆਲੇ ਦੁਆਲੇ ਇਹ ਧਮਾਕਾ ਕੱਲ ਅਮਰੀਕਾ ਦੇ ਵਿੱਚ ਦੇਖਿਆ ਗਿਆ। ਲੋਕ ਇਹਦੇ ਤੋਂ ਕਾਫੀ ਡਰੇ ਵੀ ਹੈ, ਇਹਦੀ ਚਰਚਾ ਵੀ ਕਰ ਰਹੇ ਆ। ਜਿਹੜਾ ਇਹਦੇ ਉੱਤੇ ਜਿਹੜੇ ਲੋਕ ਨੇ ਉੱਥੋਂ ਦੇ ਤੇ ਜਿਹੜੇ ਇਸ ਚੀਜ਼ ਦੀ ਸਟੱਡੀ ਕਰਨ ਵਾਲੇ ਵਿਗਿਆਨੀ ਨੇ, ਉਹ ਵੀ ਇਹਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਦੇਖ ਰਹੇ ਆ। ਕੁਦਰਤ ਵਿੱਚ ਬਹੁਤ ਸਾਰੇ ਵਰਤਾਰੇ ਇਸ ਤਰੀਕੇ ਦੇ ਵਾਪਰਦੇ ਰਹਿੰਦੇ ਆ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕੱਲ ਸਰੀ ਦੇ ਵਿੱਚ ਮਸਜਿਦ ਦੇ ਬਾਹਰ ਕੀ ਘਟਨਾ ਹੋਈ ਹੈ। ਵੈਨਕੂਵਰ ਦੇ ਵਿੱਚ ਮਾਂ ਬੋਲੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਚੱਲ ਰਿਹਾ ਹੈ ਇਸ ਵੇਲੇ। ਉਸ ਸੰਬੰਧ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਨੀ ਕਮਲਜੀਤ ਕੌਰ ਹੋਣਾ ਦੇ ਨਾਲ। ਕਮਲਜੀਤ ਕੌਰ ਹੋਣੀ ਇੱਕ ਸ਼ਾਰਟ ਫਿਲਮ ਵੀ ਬਣਾਈ ਹੈ ਅਤੇ ਉਹਦੇ ਨਾਲ ਪਹਿਲੇ ਫੀਮੇਲ ਡਰਾਈਵਰ ਨੇ, ਟਰੱਕ ਡਰਾਈਵ ਕਰਦੇ ਨੇ ਵਿਨੀਪੈਗ ਤੋਂ, ਖਾਸ ਤੌਰ 'ਤੇ ਇੱਥੇ ਸਰੀ ਦੇ ਵਿੱਚ ਇਸ ਫਿਲਮ ਫੈਸਟੀਵਲ ਦੇ ਵਿੱਚ ਪਾਰਟੀਸਪੇਟ ਕਰਨ ਦੇ ਲਈ ਆਏ ਨੇ। ਉਹਨਾਂ ਦੀ ਜ਼ਿੰਦਗੀ ਬਾਰੇ ਅਤੇ ਇਸ ਫਿਲਮ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਕਮਲਜੀਤ ਕੌਰ ਜੀ, ਸਭ ਤੋਂ ਪਹਿਲਾਂ ਤਾਂ ਦੱਸਿਓ, ਤੁਸੀਂ ਟਰੱਕ ਡਰਾਈਵ ਕਰਦੇ ਹੋ ਔਰ ਹੋਰ ਕੁੜੀਆਂ ਵੀ ਟਰੱਕ ਡਰਾਈਵ ਕਰਦੀਆਂ, ਅਤੇ ਇਹ ਅਨੁਭਵ ਕਿੱਦਾਂ ਦਾ ਜੀ? ਸਭ ਤੋਂ ਪਹਿਲਾਂ ਚੈਨਲ ਪੰਜਾਬੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਟਰੱਕ ਡਰਾਈਵ ਕਰਦੀ ਨੂੰ ਤਾਂ ਮੈਨੂੰ 13 ਸਾਲ ਹੋ ਗਿਆ ਅਤੇ ਫਿਲਮ ਫੈਸਟੀਵਲ ਵੀ ਲਾਈਕ ਫਿਲਮਾਂ ਮੈਂ ਕਾਫੀ 5-6 ਫਿਲਮਸ ਬਣਾਈਆਂ ਨੇ ਅਤੇ ਅੱਜ ਖਾਸ ਕਰਕੇ ਮਾਂ ਬੋਲੀ ਦਾ ਜਿਹੜਾ ਕਿ ਫਿਲਮ ਫੈਸਟੀਵਲ ਕੱਲ੍ਹ ਨੂੰ ਹੋ ਰਿਹਾ ਆ ਪੰਜਾਬ ਭਵਨ ਦੇ ਵਿੱਚ, ਅਤੇ ਉੱਥੇ ਉਸ ਦੇ ਕਰਕੇ ਆਪਾਂ ਆਏ ਹਾਂ। ਹਾਂਜੀ, ਥੋੜ੍ਹਾ ਜਿਹਾ ਦੱਸੋਗੇ ਜੀ ਫਿਲਮ ਕੀ ਹੈ ਤੁਹਾਡੀ, ਕਾਹਦੇ ਬਾਰੇ ਆ ਜਾਂ? ਹਾਂਜੀ, ਇਹ ਆਪਣੇ ਬੇਗਾਨੇ ਆ ਫਿਲਮਾਂ ਇੱਕ ਰਿਸ਼ਤਿਆਂ ਦਾ, ਸੱਸ ਨੂੰਹ ਦੇ ਅੰਡਰਸਟੈਂਡਿੰਗ 'ਤੇ ਰਿਲੇਟਡ ਇਹ ਫਿਲਮ ਆ। ਹਾਂਜੀ, ਜਿਵੇਂ ਕਿ ਕਲੌਕ ਦੇ ਨਾਲੋਂ ਵੀ ਅੱਜ ਜਿਹੜੀ ਕਿ ਸਾਡੇ ਸਾਰੀ ਦੁਨੀਆ ਦਾ ਜਿਹੜੀ ਕਿ ਰਫਤਾਰ ਆ, ਕਲੌਕ ਨਾਲੋਂ ਵੀ ਤੇਜ਼ ਹੋ ਚੁੱਕੀ ਆ, ਅਤੇ ਉਸ ਹਿਸਾਬ ਦੇ ਨਾਲ ਜਿਵੇਂ ਕਿ ਰਫਤਾਰ ਤੇਜ਼ ਹੋਣ ਦੇ ਕਾਰਨ ਜਿਵੇਂ ਕਿ ਜਿਹੜੇ ਰਿਸ਼ਤੇ ਆ ਉਹ ਕਤਲ ਹੋ ਰਹੇ ਆ ਦਿਨੋਂ ਦਿਨ, ਹੈ ਨਾ। ਅਤੇ ਇੱਕ ਕੋਸ਼ਿਸ਼ ਕੀਤੀ ਆ ਇਹ ਆਪਣੇ ਬੇਗਾਨੇ ਦੇ ਵਿੱਚ ਇੱਕ ਰਿਸ਼ਤਾ, ਅਤੇ ਹੋਰ ਵੀ ਫਿਲਮਾਂ ਦੇ ਵਿੱਚ ਵੱਖੋ ਵੱਖਰੇ ਰਿਸ਼ਤਿਆਂ ਨੂੰ ਫਿਲਮਾ ਕੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ। ਹਾਂਜੀ, ਥੋੜ੍ਹਾ ਜਿਹਾ ਆਪਣੇ ਪ੍ਰੋਫੈਸ਼ਨ ਬਾਰੇ ਵੀ ਦੱਸੋ ਜੀ। ਬਹੁਤ ਘੱਟ ਹੁੰਦਾ ਕਿ ਇਸ ਟਰੱਕ ਡਰਾਈਵਿੰਗ ਦੇ ਫੀਲਡ ਦੇ ਵਿੱਚ ਔਰਤਾਂ ਹੁੰਦੀਆਂ, ਇਹ ਕਿੱਦਾਂ ਦਾ ਅਨੁਭਵ ਆ ਜੀ? ਔਰ ਜੀ ਜ਼ਿੰਦਗੀ ਦੇ ਵਿੱਚ ਸਾਨੂੰ ਸਟਰਗਲ ਕਰਨਾ ਪੈਂਦਾ ਹੈ, ਅਤੇ ਆਪਾਂ ਫਿਰ ਜਦ ਸਾਡੇ 'ਤੇ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਅਤੇ ਉਸ ਦੇ ਵਿੱਚ ਆਪਾਂ ਨੂੰ ਜੋਬ ਵੀ ਉਸ ਦੇ ਰਿਲੇਟਡ ਹੀ ਆਪਾਂ ਚੂਜ਼ ਕਰਦੇ ਹਾਂ ਕਿ ਸਾਡਾ ਉਸ ਜੋਬ ਦੇ ਨਾਲ ਸਾਡਾ ਫੈਮਿਲੀ ਦਾ ਜਾਂ ਜੋ ਖਰਚੇ ਆ ਉਹ ਸਾਰਾ ਕੁਛ ਚੱਲ ਪਵੇ। ਤਾਂ ਉਸ ਦੇ ਵਿੱਚੋਂ ਮੈਨੂੰ ਇਹ ਬੈਸਟ ਲੱਗੀ। ਮੇਰਾ ਲਾਇਸੈਂਸ ਸੀਗਾ ਮੇਰੇ ਕੋਲ ਕਲਾਸ 1 ਦਾ, ਰਾਈਟ, ਅਤੇ ਦੈਨ ਫਿਰ ਮੈਂ ਸੋਚਿਆ ਵੀ ਕਲਾਸ 1 ਦਾ ਲਾਇਸੈਂਸ ਦੇ ਵਿੱਚ ਪੈਸੇ ਵਧੀਆ ਬਣਦੇ ਆ, ਅਤੇ ਆਪਣੇ ਡੇ ਬਾਈ ਡੇ ਦੇ ਖਰਚੇ ਦੇ ਨਾਲ ਆਪਾਂ ਹੋਰ ਵੀ ਜਿਹੜਾ ਕਿ ਸ਼ੌਂਕ, ਜਿਵੇਂ ਕਿ ਇਸ ਫਿਲਮ ਹੋ ਗਿਆ ਜਾਂ ਫਿਰ ਮੈਂ ਲਿਖਦੀ ਸੀਗੀ, ਉਹ ਆਪਾਂ ਆਪਣੇ ਪੂਰੇ ਕਰ ਸਕਦੇ ਹਾਂ, ਰਾਈਟ। ਅਤੇ ਇਹ ਕਿੱਥੋਂ ਟਰੱਕ ਚਲਾਉਣੇ, ਕਿੱਥੇ ਤੱਕ ਜਾਂਦੇ ਹੋ? ਲੌਂਗ ਹੌਲ ਆ ਜਾਂ ਕੀ ਹੁੰਦਾ ਜੀ ਇਹ? ਹਾਂਜੀ, ਜਿਵੇਂ ਕਿ ਕੈਨੇਡਾ ਟੂ US, ਮੈਂ ਆਲਵੇਜ਼ USA
ਕੀਤਾ ਆ ਹਾਂਜੀ ਕੈਨੇਡਾ ਟੂ USA। ਪਹਿਲਾਂ ਜਿਵੇਂ ਕਿ 10-10 ਦਿਨ ਦਾ ਗੇੜਾ ਹੁੰਦਾ ਸੀ, ਹੁਣ ਤਾਂ ਓਨਲੀ 4 ਜਾਂ 5 ਦਿਨ ਦਾ ਹੀ ਗੇੜਾ ਹੁੰਦਾ ਆ। ਹਾਂਜੀ 5ਵੇਂ ਦਿਨ ਘਰ ਆ ਜਾਈਦਾ ਵਾ। ਤੇ ਇਹ ਫਿਰ ਤਾਂ ਤੁਸੀਂ ਰਹਿੰਦੇ ਕਿੱਥੇ ਹੋ ਹੁਣ ਜੀ? ਹੁਣ ਮੈਂ ਉੱਥੇ ਮੈਨੀਟੋਬਾ ਦੇ ਵਿੱਚ ਬ੍ਰੈਂਡਨ। ਤੇ ਇਹ ਫਿਲਮ ਦਾ ਕਿਹੜੇ ਵੇਲੇ ਫਿਰ ਸਮਾਂ ਕੱਢਦੇ ਹੋ ਤੇ ਕਿੱਦਾਂ ਸਬੱਬ ਬਣਦਾ ਜੀ? ਜਿਵੇਂ ਕਿ ਜਦੋਂ ਇੱਕ ਜਿਹੜਾ ਰਾਈਟਰ ਹੁੰਦਾ ਨਾ, ਉਹਨੂੰ ਲੋੜ ਨਹੀਂ ਹੁੰਦੀ ਵੀ ਕੋਈ ਸਪੇਸ ਜਾਂ ਕੋਈ ਜਗ੍ਹਾ ਹੁੰਦੀ ਹੈ ਰਾਈਟ, ਉਹ ਲਿਖਦਾ ਹੁੰਦਾ ਆ, ਲਿਖਦਾ ਤੇ ਉਹ ਉਸ ਇਕਾਂਤ ਮਾਹੌਲ ਚਾਹੁੰਦਾ ਹੁੰਦਾ ਕਿ ਉਹਦੇ ਵਿੱਚ ਉਹ ਜਿਹੜੀਆਂ ਆਪਣੀਆਂ ਲਾਈਨਾਂ ਆ ਉਹ ਵਧੀਆ ਤਰੀਕੇ ਦੇ ਨਾਲ ਲਿਖ ਸਕੇ, ਲਿਖ ਕੇ ਅਤੇ ਉਸ 'ਤੇ ਸੋਚ ਸਕੇ ਅਤੇ ਕਿਵੇਂ ਦੁਨੀਆ ਦੇ ਵਿੱਚ ਫਿਲਮਾਉਣਾ ਆ। ਅਤੇ ਉਹ ਆਪਾਂ ਜਿਵੇਂ ਕਿ ਉਹਦੇ ਵਿੱਚੋਂ ਹੀ ਆਪਾਂ ਜਦ ਆਪਣਾ ਧਿਆਨ ਹੈ ਜਿਹੜੇ ਪਾਸੇ, ਹੁਣ ਇੱਕ ਡਰਾਈਵਰ ਆ ਉਹ ਰੋਡ 'ਤੇ ਆਪਣੀ ਗੱਡੀ ਚਲਾ ਰਿਹਾ ਜਾਂ ਮੈਂ ਟਰੱਕ ਚਲਾ ਰਹੀ ਹਾਂ ਰਾਈਟ, ਅਤੇ ਉਹ ਮੈਂ ਉਹਦੇ 'ਤੇ ਹੀ ਫੋਕਸ ਕਰੂੰਗੀ ਅਤੇ ਉਸੇ ਤਰ੍ਹਾਂ ਹੀ ਮੇਰਾ ਹੋਰ ਜ਼ਿਆਦਾ ਪਾਸੇ ਧਿਆਨ ਨਹੀਂ ਹੁੰਦਾ। ਮੇਰਾ ਇੱਕ ਡਰਾਈਵਰ ਪ੍ਰੋਫੈਸ਼ਨ ਹੈ ਅਤੇ ਜਿਹੜੇ ਮੇਰੀ ਇਹ ਐਕਸਟਰਾ ਮੇਰੇ ਇਹ ਸ਼ੌਂਕ ਆ, ਸ਼ੌਂਕ ਦੀ ਤਰ੍ਹਾਂ, ਅਤੇ ਆਪਾਂ ਜਿਹੜਾ ਸ਼ੌਂਕ ਪੂਰਾ ਕਰਨ ਲਈ ਆਪਾਂ ਉਹਦੇ ਲਈ ਟਾਈਮ ਆਪਾਂ ਕੱਢਦੇ ਹੀ ਹੁੰਦੇ ਹਾਂ ਰਾਈਟ। ਅਤੇ ਹੋਰ ਜਿਹੜੀਆਂ ਕੁੜੀਆਂ ਜਾਂ ਔਰਤਾਂ ਉਹ ਵੀ ਇਸ ਪ੍ਰੋਫੈਸ਼ਨ 'ਚ ਆ ਰਹੀਆਂ ਜੀ ਹੁਣ? ਹਾਂਜੀ ਕਾਫੀ ਨੇ, ਬਹੁਤ ਕੁੜੀਆਂ ਨੇ ਇੱਥੇ BC ਤੋਂ ਵੀ ਕਾਫੀ ਨੇ ਕੁੜੀਆਂ, ਅਤੇ ਬਹੁਤ ਜਾਣਕਾਰ ਨੇ ਜਿਹੜੇ ਕਿ ਹਸਬੈਂਡ ਵਾਈਫ ਦੇ ਨਾਲ ਚਲਾਉਂਦੀਆਂ ਨੇ, ਜਿਹੜੇ ਬਾਈਕ ਵੀ ਚਲਾ ਰਹੇ ਨੇਗੇ ਹੈ ਨਾ, ਅਤੇ ਬਹੁਤ ਕੁੜੀਆਂ ਨੇ। ਤੇ ਇਹਦੇ 'ਚ ਕੋਈ ਇਹ ਔਖਾ ਲੱਗਦਾ ਖਾਸ ਕੁੜੀਆਂ ਦੇ ਲਈ ਜਿਹਦਾ ਪਹਿਲਾਂ ਸਮਝਿਆ ਜਾਂਦਾ, ਜਾਂ ਇਹ ਬਰਾਬਰ ਹੀ ਹੈ ਜੀ? ਵੀਰ ਜੀ ਇਹ ਮੇਰੇ 'ਤੇ ਡਿਪੈਂਡ ਆ। ਜਿਹੜੀ ਸਾਡੀ ਲੁੱਕ ਹੁੰਦੀ ਆ ਨਾ, ਉਸੇ ਤਰ੍ਹਾਂ ਹੀ ਅਗਲੇ ਨੇ ਸਾਨੂੰ ਆਨਸਰ ਕਰਨਾ ਹੁੰਦਾ। ਸਾਨੂੰ ਐਨੀਥਿੰਗ ਵੀ ਡੂ ਇਟ, ਅਸੀਂ ਇੰਨੇ ਵਧੀਆ ਕੰਟਰੀ ਦੇ ਵਿੱਚ ਆਏ ਹੋਏ ਹਾਂ ਅਤੇ ਅਸੀਂ ਐਨੀਥਿੰਗ ਵੀ ਡੂ ਇਟ, ਅਸੀਂ ਕੁਛ ਨਾ ਕੁਛ ਕਰ ਸਕਦੇ ਹਾਂ। ਅਤੇ ਬਾਕੀ ਸਾਡੇ 'ਤੇ ਡਿਪੈਂਡ ਕਰਦਾ ਕਿ ਮੈਂ ਇੱਕ ਫੈਸ਼ਨ ਬਣਨਾ ਆ ਜਾਂ ਫਿਰ ਮੈਂ ਇੱਕ ਆਪਦਾ ਵਧੀਆ ਕ੍ਰੈਡਿਟ ਆਪਦਾ ਬਣਾਉਣਾ ਆ, ਆਪਦੀ ਜਿਹੜੀ ਪਰਸਨੈਲਿਟੀ 'ਤੇ ਅਸੀਂ ਆਪਣੇ ਆਪ 'ਤੇ ਸਾਨੂੰ ਹੁੰਦਾ ਆ ਰਾਈਟ, ਸਾਡੇ ਹੱਥ ਵੱਸ ਹੁੰਦਾ ਆ ਰਾਈਟ। ਤੇ ਨਵੀਆਂ ਜਿਹੜੀਆਂ ਕੁੜੀਆਂ ਇੱਥੇ ਹੈਗੀਆਂ ਉਹਨਾਂ ਨੂੰ ਕੀ ਸਲਾਹ ਦਓਗੇ? ਉਹਨੂੰ ਕਿਉਂਕਿ ਬਹੁਤ ਸਾਰੀਆਂ ਆਉਣਾ ਚਾਹੁੰਗੀਆਂ ਇਸ ਫੀਲਡ ਦੇ ਵਿੱਚ, ਉਹਨਾਂ ਨੂੰ ਕੀ ਸਲਾਹ ਦਿੰਦੇ ਤੁਸੀਂ? ਹਾਂਜੀ ਉਹਨਾਂ ਨੂੰ ਮੇਰਾ ਇਹੋ ਮੈਸੇਜ ਆ ਕਿ ਇਹ ਜੋਬ ਬਹੁਤ ਵਧੀਆ ਆ, ਅਤੇ ਤੁਸੀਂ ਜੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ ਰਾਈਟ, ਲਾਇਸੈਂਸ ਲੈ ਕੇ ਲਰਨ ਕਰਕੇ, ਤਾਂ ਦੈਨ ਰਾਈਟ ਵੇ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਵਧੀਆ ਜੋਬ ਕਰ ਸਕਦੇ ਹੋ। ਕੰਪਨੀਆਂ ਨਹੀਂ ਹੁੰਦੀਆਂ, ਕੰਪਨੀਆਂ ਵੀ ਮਿਲ ਜਾਂਦੀਆਂ ਹੁੰਦੀਆਂ, ਬਟ ਇੱਕ ਤੁਹਾਡਾ ਜਜ਼ਬਾ ਹੋਣਾ ਚਾਹੀਦਾ ਵਾ ਵੀ ਮੈਂ ਕੁਛ ਕਰਨਾ ਹੈ ਜ਼ਿੰਦਗੀ ਦੇ ਵਿੱਚ। ਇਹ ਨਹੀਂ ਹੁੰਦਾ ਐਨੀਥਿੰਗ ਵੀ ਡੂ ਇਟ। ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਥੈਂਕ ਯੂ ਸੋ ਮਚ। ਦੋਸਤੋ ਅਸੀਂ ਗੱਲਬਾਤ ਕੀਤੀ ਕਮਲਜੀਤ ਕੌਰ ਹੋਰਾਂ ਦੇ ਨਾਲ। ਅੰਤਰਰਾਸ਼ਟਰੀ ਮਾਂ ਬੋਲੀ ਫਿਲਮ ਫੈਸਟੀਵਲ ਵੈਨਕੂਵਰ ਦੇ ਵਿੱਚ ਹੋ ਰਿਹਾ, ਉੱਥੇ ਆਏ ਨੇ। ਦੋ ਗੱਲਾਂ ਖਾਸ, ਇੱਕ ਤੇ ਵੱਡੀ ਗੱਲ ਫਿਲਮ ਬਣਾਈ ਹੈ ਇਹਨਾਂ ਨੇ, ਬਹੁਤ ਘੱਟ ਨਿਰਦੇਸ਼ਕ ਔਰਤਾਂ ਹੁੰਦੀਆਂ ਨੇ, ਅਤੇ ਦੂਜੀ ਗੱਲ ਇਹਨਾਂ ਦਾ ਪ੍ਰੋਫੈਸ਼ਨ ਉਹ ਆ ਜਿਹਦੇ ਵਿੱਚ ਬਹੁਤ ਘੱਟ ਔਰਤਾਂ ਜਾਂਦੀਆਂ ਨੇ। ਕੈਮਰਾਮੈਨ ਅਮਿਤ ਪ੍ਰੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਖਬਰਾਂ ਲੈ ਕੇ ਦੋਸਤੋ ਤੁਹਾਡੇ ਲਈ ਹਾਜ਼ਰ ਹਾਂ। ਇੱਕ ਖਬਰ ਤਾਂ ਇਹ ਆ ਰਹੀ ਹੈ ਕਿ ਪਿੱਛੇ ਜਿਹੇ ਜਦੋਂ ਸਰਕਾਰ ਨੇ ਕਿਹਾ ਸੀ ਨਾ ਕਿ ਬਾਹਰਲੇ ਮੁਲਕਾਂ ਤੋਂ ਆ ਕੇ ਲੋਕ ਇੱਥੇ ਪ੍ਰੋਪਰਟੀ ਓਨ ਨਹੀਂ ਕਰ ਸਕਦੇ ਕੈਨੇਡਾ ਦੇ ਵਿੱਚ, ਅਤੇ ਉਹਦੇ 'ਤੇ ਹੁਣ ਨਾ ਜਿਹੜੇ ਜੀ ਟੈਕਸ ਮੇਲ ਆਊਟ ਕੀਤੇ ਗਏ, ਯਾਨੀ ਕਿ ਪ੍ਰੋਪਰਟੀ ਟੈਕਸ ਮੇਲ ਆਊਟ ਕੀਤੇ ਗਏ ਨੇ ਐਡਮਿੰਟਨ 'ਚ, ਅਤੇ ਉਹਦੇ ਤੋਂ ਪਤਾ ਲੱਗਾ ਵੀ ਜਿਹੜੇ ਮੈਜੋਰਿਟੀ ਪ੍ਰੋਪਰਟੀ ਓਨਰ ਹੈਗੇ ਉਹ ਅਲਬਰਟਾ 'ਚ ਹੀ ਰਹਿ ਰਹੇ ਆ। ਕੋਈ 1% ਦੇ ਕਰੀਬ ਹੈਗੇ ਜੀ ਜਿਹੜੇ ਲੋਕ ਬਾਹਰਲੇ ਆ ਜਿਹੜੇ ਪ੍ਰੋਪਰਟੀ ਓਨ ਕਰਦੇ ਨੇ। ਅੱਛਾ, ਹੁਣ ਇਹ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ, ਇਹ ਪ੍ਰੋਪਰਟੀ ਟੈਕਸ ਵਾਲੇ ਜਿਹੜੇ ਨੋਟਿਸ ਭੇਜੇ ਗਏ ਉਹਨਾਂ ਤੋਂ ਲਾਇਆ ਜਾ ਰਿਹਾ, ਉਹ ਕਈ ਵਾਰ ਤੁਹਾਨੂੰ ਪਤਾ ਧੋਖਾ ਦੇਊ ਗੱਲ ਵੀ ਹੋ ਸਕਦੀ ਹੈ। ਉਹਦਾ ਕਾਰਨ ਆ ਕਿ ਕੋਈ ਬੰਦਾ ਕਿਸੇ ਵੀ ਥਾਂ ਰਹਿ ਸਕਦਾ, ਪਰ ਉਹ ਕਹਿ ਸਕਦਾ ਜੀ ਮੇਰਾ ਜਿਹੜਾ ਟੈਕਸ ਬਿੱਲ ਹੈ ਉਹ ਤੁਸੀਂ ਫਲਾਣੇ ਥਾਂ ਭੇਜੋ, ਮੇਲਿੰਗ ਐਡਰੈਸ ਮੇਰਾ ਆਹ ਆ, ਉਹ ਉੱਥੇ ਜਾਏਗਾ। ਸੋ ਕਈ ਮਤਲਬ ਲੋਕ ਇਸ ਗੱਲ 'ਤੇ ਸ਼ੱਕ ਕਰ ਰਹੇ ਆ ਵੀ ਇਹ ਜਿਹੜਾ ਇਸ ਤਰ੍ਹਾਂ ਮੈਜਰ ਕਰਨ ਵਾਲੀ ਇਹ ਜਿਹੜਾ ਮੈਟ੍ਰਿਕਸ ਬਣਾਏ ਵੀ ਇਹ ਠੀਕ ਨਹੀਂ ਹੈ। ਸ਼ਹਿਰ ਦੇ ਕਾਉਂਸਲਰ ਮਾਈਕਲ ਜੈਨਸ ਹੋਰਾਂ ਦਾ ਕਹਿਣਾ ਹੈਗਾ ਵੀ ਉਹ ਨਾ ਇੱਥੇ ਐਡਮਿੰਟਨ ਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਖਾਲੀ ਘਰ ਪਏ ਆ ਉਹਨਾਂ ਦਾ ਵੀ ਸਾਨੂੰ ਲਾਉਣਾ ਚਾਹੀਦਾ ਸਿਲਸਿਲਾ, ਉਹਨਾਂ 'ਤੇ ਵੱਖਰੇ ਤਰ੍ਹਾਂ ਦਾ ਟੈਕਸ ਲੱਗਣਾ ਚਾਹੀਦਾ, ਜਾਂ ਜਿਹੜੇ $multi-million ਦੇ ਘਰ ਹੈਗੇ ਆ ਉਹਨਾਂ 'ਤੇ ਵੀ ਵੱਖਰੇ ਤਰ੍ਹਾਂ ਟੈਕਸ ਲਾਉਣਾ ਚਾਹੀਦਾ ਆ, ਤਾਂ ਕਿ ਜਿਹੜੀ ਹਾਊਸਿੰਗ ਮਾਰਕੀਟ ਦੀ ਪ੍ਰੋਬਲਮ ਆਈ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਹੱਲ ਕੀਤਾ ਜਾ ਸਕੇ। ਉਹ ਕਹਿੰਦੇ ਵੀ ਹਜੇ ਐਡਮਿੰਟਨ ਦੀ ਮਾਰਕੀਟ ਉਨੀ ਖਰਾਬ ਨਹੀਂ,
ਪਰ ਇਹ ਖਰਾਬ ਹੋ ਸਕਦੀ ਹੈ ਜਦੋਂ ਵੀ ਕੁਝ ਜਿਹੜੇ ਇਨਵੈਸਟਰ ਹੈਗੇ ਆ ਕਿਸੇ ਹੋਰ ਥਾਂ ਤੋਂ ਆ ਕੇ ਅਗਰ ਇੱਥੇ ਉਹ ਇਨਵੈਸਟ ਕਰਦੇ ਆ ਤੇ ਉਹ ਚੱਕਰ ਪੈ ਸਕਦਾ। ਪਰ ਜਿਹੜੇ ਇੱਥੇ ਰੀਅਲ ਏਸਟੇਟ ਦੇ ਹੈ ਜੀ ਪ੍ਰੈਜ਼ੀਡੈਂਟ, ਉਹਨਾਂ ਦਾ ਕਹਿਣ ਹੈਗਾ, ਪਾਲ ਗ੍ਰੈਵਿਲ ਉਹਨਾਂ ਦਾ ਨਾਂ ਹੈ, ਰੀਅਲਟਰਸ ਐਸੋਸੀਏਸ਼ਨ ਆਫ ਐਡਮਿੰਟਨ ਦੇ ਚੇਅਰਪਰਸਨ। ਉਹ ਕਹਿੰਦੇ ਜੀ ਵੀ ਐਡਮਿੰਟਨ ਲੋਕਾਂ ਦੇ ਇਨਵੈਸਟਰ ਦੇ ਰਡਾਰ 'ਤੇ ਨਹੀਂ ਹੈ, ਵੀ ਇੰਨੀ ਤੇਜ਼ੀ ਦੇ ਨਾਲ ਇਨਵੈਸਟਰ ਜਿਹੜੇ ਆ ਉਹ ਇੱਥੇ ਨਹੀਂ ਭੱਜੇ ਆ ਰਹੇ। ਪਰ ਤੁਹਾਨੂੰ ਪਤਾ ਜੀ ਵੀ ਰੀਅਲਟਰਸ ਦਾ ਤਾਂ ਗੱਲ ਇਹ ਆ ਵੀ ਜੇ ਸਮਾਨ ਵਿਕੇਗਾ ਤੇ ਉਹਨਾਂ ਦੀ ਪੈਸੇ ਬਣਨੇ ਨੇ, ਸੋ ਉਹਨਾਂ ਲਈ ਤਾਂ ਉਹ ਜਿੰਨੇ ਮਰਜ਼ੀ ਆ ਜਾਣ, ਉਹਨਾਂ ਨੇ ਫੇਰ ਵੀ ਕਹਿਣਾ ਵੀ ਨਹੀਂ ਉਨੇ ਨਹੀਂ ਆ ਰਹੇ। ਪਰ ਨਾਲ ਦੀ ਨਾਲ ਇਹ ਕਹਿ ਰਿਹਾ ਵੀ ਹਾਂ ਐਡਮਿੰਟਨ ਦੀ ਜਿਹੜੀ ਮਾਰਕੀਟ ਹੈਗੀ ਆ ਇਟਸ ਹੀਟਿੰਗ ਅਪ। ਪਰ ਮਾਈਕਲ ਜ਼ੈਨਸ ਹੋਰਾਂ ਦਾ ਕਹਿਣਾ ਜੀ ਵੀ ਸਾਨੂੰ ਇਹਦੇ 'ਤੇ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਆ ਇਸ ਗੱਲ ਦੇ ਉੱਤੇ, ਔਰ ਇਹਦਾ ਹੱਲ ਲੱਭਣਾ ਚਾਹੀਦਾ ਹੈ। ਚਾਹੇ ਉਹ ਸਾਨੂੰ ਕਹਿੰਦੇ ਵੀ ਜਿਹੜੇ ਕੋਆਪ ਹਾਊਸਿੰਗ ਵਗੈਰਾ ਹੁੰਦੀ ਆ ਉਹ ਬਣਾਉਣੀ ਚਾਹੀਦੀ ਆ, ਤਾਂ ਕਿ ਲੋਕੀ ਜਿਹੜੇ ਆਪਣਾ ਪੈਸਾ ਇਕੱਠਾ ਕਰ ਕਰਕੇ ਉਹ ਕਹਿੰਦਾ ਵੀ ਡਾਊਨ ਪੇਮੈਂਟ ਦੇਣ ਜੋਗੇ ਮਸੀਂ ਪੈਸੇ ਇਕੱਠੇ ਕਰਦੇ ਆ ਅਤੇ ਉਹ ਘਰ ਖਰੀਦ ਸਕਣ ਅਤੇ ਉਹਨਾਂ ਲੋਕਾਂ ਦਾ ਸੁਪਨਾ ਜਿਹੜਾ ਉਹ ਪੂਰਾ ਹੋ ਸਕੇ। ਦੂਸਰੀ ਇੱਕ ਖਬਰ ਆ ਰਹੀ ਹੈ ਜੀ ਕਿ ਇੱਕ ਜਰਮਨੀ ਦਾ ਡਿਵੈਲਪਰ ਹੈਗਾ, ਉੱਥੋਂ ਦੀ ਕੰਪਨੀ ਆ, ਉਹਨੇ ਇੱਥੇ ਅਲਬਰਟਾ ਦੇ ਡਿਵੈਲਪਰ ਦੇ ਨਾਲ ਰਲ ਕੇ ਗੱਲ ਕੀਤੀ ਹੈ ਵੀ $340 ਮਿਲੀਅਨ ਦਾ ਇੱਕ ਸੋਲਰ ਫਾਰਮ ਬਣਾਇਆ ਜਾਵੇ ਸਟਰਜਨ ਕਾਊਂਟੀ ਦੇ ਵਿੱਚ। ਇਹ ਸਟਰਜਨ ਕਾਊਂਟੀ ਸੇਂਟ ਐਲਬਰਟ ਦੇ ਨਾਲ ਲੱਗਦਾ ਜਿਹੜਾ ਏਰੀਆ ਜੀ, ਉਹਨੂੰ ਸਾਰੇ ਨੂੰ ਸਟਰਜਨ ਕਾਊਂਟੀ ਕਹਿੰਦੇ ਆ। ਉੱਥੇ ਇਹ ਸੋਲਰ ਪੈਨਲ ਦਾ ਜੀ ਇਹ ਜਿਹੜਾ ਫਾਰਮ ਆ ਲਾਇਆ ਜਾਏਗਾ, ਜਿਹਦੇ ਤੋਂ ਜਿਹੜੀ ਮਤਲਬ ਇਹ ਪਹਿਲਾਂ ਤਾਂ ਇਹ ਸਭ ਤੋਂ ਵੱਡਾ ਕਹਿੰਦੇ ਲਾਰਜੈਸਟ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਹੋਏਗੀ ਅਲਬਰਟਾ, ਸੈਂਟਰਲ ਅਲਬਰਟਾ ਦੇ ਵਿੱਚ। ਅਤੇ ਜਿਹੜੀ ਸਟਰਜਨ ਕਾਊਂਟੀ ਦੀ ਮੇਅਰ ਹੈਗੀ ਹੈ ਜੀ ਐਲਾਨਾ ਹਨੈਟਿਵ, ਉਹਨਾਂ ਦਾ ਕਹਿਣਾ ਵੀ ਇਹ ਜਿਹੜਾ ਪਲਾਂਟ ਇੱਥੇ ਆ ਰਿਹਾ ਇਹ ਇੱਕ ਗੱਲ ਨੂੰ ਪ੍ਰੂਵ ਕਰ ਰਿਹਾ ਵੀ ਅਸੀਂ ਜਿਹੜੇ ਜ਼ੀਰੋ ਮਿਸ਼ਨ ਵਾਲੀ ਗੱਲ ਲਈ ਨੈਟ ਜ਼ੀਰੋ ਇਕੋਨਮੀ ਵੱਲ ਨੂੰ ਵੱਧ ਰਹੇ ਹਾਂ, ਔਰ ਸਾਡੀ ਪੂਰੀ ਇਸ ਗੱਲਬਾਤ ਬਾਰੇ ਕਮਿਟਮੈਂਟ ਹੈਗੀ ਆ। ਅਤੇ ਜਿਹੜੀ ਕੰਪਨੀ ਹੈਗੀ ਆ ਉਹ ਰੈਗੂਲੇਟਰੀ ਅਪਰੂਵਲ ਜਿਹੜੀ ਜੀ ਉਹ ਭਾਲ ਰਹੀ ਹੈ ਤਾਂ ਕਿ ਇਹ ਜਿਹੜਾ ਹੈਗਾ ਪਲਾਂਟ ਲਾਇਆ ਜਾ ਸਕੇ। ਫੋਰਟ ਸਸਕੈਚੁਆਨ ਦੇ ਨਾਰਥ ਵਾਲੇ ਹਿੱਸੇ ਦੇ ਵਿੱਚ ਜੀ ਉਹ ਲੈਂਡ ਪਈ ਹੈ ਜਿਹੜੀ ਇੰਡਸਟਰੀਅਲ ਯੂਜ਼ ਲਈ ਰੱਖੀ ਹੋਈ ਹੈਗੀ ਆ। ਅਤੇ ਜੇ ਕੰਸਟਰਕਸ਼ਨ 2023 ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਪੂਰੇ ਦਾ ਪੂਰਾ ਜਿਹੜਾ ਜੀ ਪ੍ਰੋਜੈਕਟ ਹੈਗਾ 2024 ਦੇ ਵਿੱਚ ਆਪਰੇਸ਼ਨਲ ਹੋ ਜਾਏਗਾ। ਇਹਦੇ ਵਿੱਚ ਤਕਰੀਬਨ 4,80,000 ਸੋਲਰ ਪੈਨਲ ਜਿਹੜੇ ਲੱਗਣੇ ਆ ਜੀ, ਅਤੇ 3,86,000 ਮੈਗਾਵਾਟ ਆਵਰਜ਼ ਆਫ ਇਲੈਕਟ੍ਰਿਸਿਟੀ ਪ੍ਰੋਡਿਊਸ ਹੋਵੇਗੀ। ਸੋ ਜਿਹੜੀ ਇੱਕ ਕਿਸਮ ਦੀ 2 ਲੱਖ ਅਤੇ 5,000 ਟਨਜ਼ ਕਾਰਬਨ ਜਿਹੜੀ ਆ ਉਹਨੂੰ ਰਿਪਲੇਸ ਕਰ ਦੇਵੇਗੀ। ਤੋ ਚੰਗੇ ਐਨਵਾਇਰਮੈਂਟ ਲਈ ਇਹ ਉਪਰਾਲਾ ਵਧੀਆ ਜੀ, ਪਰ ਦੇਖਦੇ ਹਾਂ ਹੁਣ ਇਹ ਕਦੋਂ ਆਰੰਭ ਹੁੰਦਾ ਹੈ ਅਤੇ ਕਦੋਂ ਇਨ ਆਪਰੇਸ਼ਨ ਆਵੇਗਾ। ਐਡਮਿੰਟਨ ਸ਼ਹਿਰ ਤੋਂ ਦੋਸਤੋ 2 ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਹਾਂ। ਇਹ ਖਬਰਾਂ ਤਾਂ ਵੈਸੇ ਹੈਗੀਆਂ ਜੀ ਕੈਲਗਰੀ ਸ਼ਹਿਰ ਤੋਂ, ਦੋਨੋਂ ਹੀ ਆ ਰਹੀਆਂ। ਇੱਕ ਤੇ ਉੱਥੇ ਵਿਅਕਤੀ ਜਿਹੜਾ ਜੀ ਦਾਰੂ ਪੀ ਕੇ ਗੱਡੀ ਚਲਾ ਰਿਹਾ ਸੀਗਾ, ਵੈਨ ਚਲਾ ਰਿਹਾ ਸੀ, ਔਰ ਉਹ ਜਦੋਂ ਇੱਕ ਟ੍ਰੈਫਿਕ ਸਰਕਲ ਦੇ ਵਿੱਚ ਗਈ ਤਾਂ ਉਹਨੇ ਮੀਡੀਅਨ ਹਿੱਟ ਕਰ ਦਿੱਤੀ। ਮੀਡੀਅਨ ਹਿੱਟ ਕਰਨ ਤੋਂ ਬਾਅਦ ਉੱਥੇ ਟਾਊਨ ਹਾਊਸ ਕੰਪਲੈਕਸ ਸੀਗਾ ਕਾਰਨਰ ਸਟੋਨ ਨੇਬਰਹੁੱਡ ਦੇ ਵਿੱਚ, ਉਹ ਜਿਹੜਾ ਜੀ ਉਹਨੇ ਜਿਹੜਾ ਉਸ ਜਿਹੜਾ ਕੰਪਲੈਕਸ ਆ ਉਹਦੇ 'ਚ ਲਿਜਾ ਕੇ ਮਾਰੀ ਗੱਡੀ, ਔਰ ਗੱਡੀ ਜਿਹੜੀ ਹੈ ਉਹਦੀ ਉਹ ਟਾਊਨ ਹਾਊਸ ਦੇ ਅੰਦਰ ਇੱਕ ਕਿਸਮ ਦੀ ਚਲੇ ਜਾਂਦੀ ਆ। ਔਰ ਜਿਹੜੇ ਵਿਅਕਤੀ ਅੰਦਰ ਸੀ ਉਹ ਫੱਟੜ ਤਾਂ ਨਹੀਂ ਹੋਏ, ਬਚਾਅ ਹੋ ਗਿਆ, ਪਰ ਉਹਨਾਂ ਦੀਆਂ ਜਿਹੜੀਆਂ ਪੌੜੀਆਂ ਸੀਗੀਆਂ ਉਹ ਪੌੜੀਆਂ ਉਸ ਗੱਡੀ ਨੇ ਤੋੜ ਦਿੱਤੀਆਂ। ਅਤੇ ਜਦੋਂ ਫਾਇਰ ਵਾਲੇ ਆਏ ਜੀ, ਫਾਇਰ ਡਿਪਾਰਟਮੈਂਟ, ਉਹਨਾਂ ਨੇ ਆ ਕੇ ਉਹਨਾਂ ਵਿਅਕਤੀਆਂ ਦਾ ਫਿਰ ਉੱਤੋਂ ਬਚਾਅ ਕੀਤਾ ਤਾਂ ਉਹ ਥੱਲੇ ਉਤਰੇ। ਔਰ ਉਹ ਜਿਹੜਾ ਵਿਅਕਤੀ ਜਿਹੜਾ ਡਰਾਈਵਰ ਸੀਗਾ ਵੈਨ ਚਲਾ ਰਿਹਾ, ਜਿਹੜਾ ਚੋਰੀ ਕਰਕੇ ਲਿਆਇਆ ਸੀ ਉਹ ਵੈਨ ਕਿਤਿਓਂ, ਔਰ ਉਹ ਉਸ ਵੈਨ ਦੇ ਵਿੱਚੋਂ ਨਿਕਲਿਆ ਅਤੇ ਉਹਨੇ ਟਾਊਨ ਹਾਊਸ ਦੀ ਇੱਕ ਵਿੰਡੋ ਤੋੜ ਕੇ ਉੱਥੋਂ ਉਹ ਬਾਹਰ ਜਾਣ ਲੱਗਾ। ਤਾਂ ਉਹਨੂੰ ਉੱਥੇ ਜੀ ਪੈਰਾਮੈਡਿਕਸ ਨੇ ਫੜ ਕੇ ਪਹਿਲਾਂ ਤਾਂ ਉਹਦਾ ਇਲਾਜ ਕੀਤਾ ਕਿਉਂਕਿ ਉਹਦੇ ਸੱਟਾਂ ਲੱਗ ਗਈਆਂ ਸੀਗੀਆਂ। ਫਿਰ ਉਹ ਤੋਂ ਬਾਅਦ ਉਹਨੂੰ ਗ੍ਰਿਫਤਾਰ ਕੀਤਾ ਗਿਆ ਇੰਪੇਅਰਡ ਡਰਾਈਵਿੰਗ ਲਈ। ਹਜੇ ਉਹਦੇ 'ਤੇ ਚਾਰਜਸ ਜਿਹੜੇ ਆ ਉਹ ਨਹੀਂ ਲਾਏ। ਸੋ ਇਹ ਇੱਕ ਕੈਲਗਰੀ ਸ਼ਹਿਰ ਦੀ ਖਬਰ ਹੈ ਜੀ। ਔਰ ਦੂਸਰੀ ਇੱਕ ਉੱਥੋਂ ਦੀ ਇਹ ਖਬਰ ਆ ਕਿ ਇੱਕ ਜਿਹੜਾ
ਪਾਇਲਟ ਸੀਗਾ ਉਹ ਪਲੇਨ ਕ੍ਰੈਸ਼ ਦੇ ਵਿੱਚ ਮਾਰਿਆ ਗਿਆ ਹੈ ਔਰ ਉਹ ਦੱਸਿਆ ਜਾ ਰਿਹਾ ਵੀ ਕੈਲਗਰੀ ਦਾ ਬਿਜ਼ਨਸ ਓਨਰ ਸੀਗਾ ਜਿਹੜਾ ਵਿਅਕਤੀ, ਉਹ ਛੋਟੇ ਪਲੇਨ ਦੇ ਵਿੱਚ ਮਾਰਿਆ ਗਿਆ ਹੈ। ਦੋ ਵਿਅਕਤੀ, ਇਹ 1981 ਦਾ ਜੀ ਮੂਨੀ M20K 에ਅਰਕ੍ਰਾਫਟ ਸੀਗਾ, ਇੱਕ ਕ੍ਰੈਸ਼ ਕਰ ਗਿਆ ਹਾਈਵੇ 1 ਦੇ ਨੇੜੇ ਸਪਰਿੰਗ ਬੈਂਕ 에ਅਰਪੋਰਟ ਦੇ ਕੋਲ। ਇਹਦੇ ਵਿੱਚ ਜਿਹੜਾ ਪਾਇਲਟ ਸੀਗਾ ਉਹਦੀ ਮੌਤ ਹੋ ਜਾਂਦੀ ਹੈ, ਅਤੇ 22 ਸਾਲਾਂ ਦੀ ਇੱਕ ਔਰਤ ਉਹਨੂੰ ਹੌਸਪੀਟਲ ਲੈ ਕੇ ਗਏ ਨੇ, ਉਹਨੂੰ ਲਾਈਫ ਥ੍ਰੈਟਨਿੰਗ ਇੰਜਰੀਜ਼ ਆਈਆਂ ਨੇ। ਇਹ ਫਲਾਈਟ ਸਿੰਪਲ ਇੱਕ 에ਅਰਕ੍ਰਾਫਟ ਸੇਲਜ਼ ਕੰਪਨੀ ਆ ਜੀ, ਉਹਦਾ ਇਹ ਪ੍ਰੈਜ਼ੀਡੈਂਟ ਸੀ। ਇਹਦਾ ਨਾਂ ਆ ਮਾਈਕਲ ਜੇਮਸ ਵਿਲਟਨ। ਕੰਪਨੀ ਦੀ ਜਿਹੜੀ ਸਟੇਟਮੈਂਟ ਆ ਉੱਥੇ ਵੈਬਸਾਈਟ 'ਤੇ ਉਹਨਾਂ ਨੇ ਇਹ ਲਿਖਿਆ ਹੋਇਆ ਵੀ ਹੀ ਵਿਲ ਬੀ ਮਿਸਡ ਬਾਈ ਐਵਰੀਬੋਡੀ। 45 ਸਾਲਾਂ ਦਾ ਸੀਗਾ ਵਿਲਟਨ, ਲਾਰਜਰ ਦੈਨ ਲਾਈਫ, ਔਰ ਹੀਰੋ ਸੀ। ਆਪਣੇ ਦੋ ਉਹਦੇ ਟਵਿਨ ਲੜਕੇ ਨੇ, ਅਤੇ ਉਹਦੇ ਹੌਸਲੇ ਲਈ ਹਮੇਸ਼ਾ ਉਹਨੂੰ ਲੋਕੀ ਪਿਆਰ ਕਰਦੇ ਸੀਗੇ। ਬੜਾ ਜੈਨਰਸ ਸੀਗਾ ਔਰ ਉਹਦੇ 'ਚ ਸੈਂਸ ਆਫ ਹਿਊਮਰ ਵੀ ਬੜੀ ਸੀ, ਪਰ ਇਹ ਮੰਦਭਾਗੇ ਹਾਦਸੇ ਦੇ ਵਿੱਚ ਉਹਦੀ ਜਾਨ ਜਾਂਦੀ ਰਹੀ ਜੀ। ਕਹਿੰਦੇ ਨੇ ਵੀ ਉਹਦੀ ਰਿਪਲੇਸਮੈਂਟ ਹੋਣੀ ਬੜੀ ਔਖੀ ਆ, ਅਤੇ ਹੁਣ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਵਾਲਿਆਂ ਨੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਜੀ ਉਹ ਆਪਣੇ ਹੱਥ ਵਿੱਚ ਲੈ ਲਈ ਆ, ਅਤੇ ਉਹ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।